तो कल दे असीं प्रभु दे वचन दे विचों 13वां चैप्टर देखते पए। 13वां चैप्टर उन्ना ही इंपोर्टेंट उन्हां लोकां दे लई सी जिहड़ा उस समय दे विच जी रहे सी, और ये चैप्टर उन्ना ही इंपोर्टेंट साडे लई आ जिहड़े असीं अज दे समय दे विच जी रहे हैं। और प्रभु उस समय दे विच उस तरीके दे नाल उन्हां ट्रैप्स तो बचण दे लई उन्हां नूं कह रिहा कि तुसीं इन्हां चीज़ां तो बच के रहना। और अज भी ਉਹੀ ਜਿਹੜੇ ट्रैप आ वो अज भी उत्थे आ, उसे तरीके दे नाल उत्थे आ, लेकिन प्रभु अज सानू भी ਉਹੀ कह रहा कि असीं उन्हां चीज़ां तो बच के रहना। सो आओ असीं 13वां भाग उस दियां पहलियां असीं इस दियां 12 आयतां 11 आयतां देखांगे, जिसनूं मिलदा वो पढ़दा है। पहलियां 11 आयतां। हाँ जी, मैं पढ़ दूंगी। मेरी हो सकता है ਤੁਹਾਡੇ ਵਿੱਚ ਕੋਈ ਨਵੀਂ ਜਾਂ ਸੁਪਨਾ ਦੇਖਣ ਵਾਲਾ ਦਾਅਵਾ ਕਰੇ ਕਿ ਉਹ ਤੁਹਾਨੂੰ ਕੋਈ ਚਿੰਨ੍ਹ ਜਾਂ ਅਦਭੁਤ ਕੰਮ ਕਰਕੇ ਦਿਖਾ ਸਕਦਾ ਹੈ। ਇਹ ਵੀ ਹੋ ਸਕਦਾ ਹੈ ਕਿ ਉਹ ਆਪਣਾ ਦਾਅਵਾ ਕੀਤਾ ਚਿੰਨ੍ਹ ਜਾਂ ਅਦਭੁਤ ਕੰਮ ਤੁਹਾਨੂੰ ਪੂਰਾ ਕਰਕੇ ਦਿਖਾ ਵੀ ਦੇਵੇ, ਪਰ ਇਸ ਦੇ ਪਿੱਛੋਂ ਉਹ ਤੁਹਾਨੂੰ ਕਹੇ, ਆਓ ਅਸੀਂ ਦੂਜੇ ਦੇਵਤਿਆਂ ਦੇ ਪਿੱਛੇ ਚੱਲੀਏ ਅਤੇ ਉਹਨਾਂ ਦੀ ਪੂਜਾ ਕਰੀਏ ਜਿਨ੍ਹਾਂ ਬਾਰੇ ਤੁਸੀਂ ਪਹਿਲਾਂ ਨਹੀਂ ਜਾਣਦੇ। ਪਰ ਤੁਸੀਂ ਉਸ ਨਵੀਂ ਜਾਂ ਸੁਪਨਾ ਦੇਖਣ ਵਾਲੇ ਦੇ ਬੋਲਾਂ ਤੇ ਕੋਈ ਧਿਆਨ ਨਾ ਦੇਣਾ। ਅਸਲ ਵਿੱਚ ਉਸ ਦੇ ਰਾਹੀਂ ਪ੍ਰਭੂ ਤੁਹਾਡਾ ਪਰਮੇਸ਼ਵਰ ਤੁਹਾਨੂੰ ਪਰਤਾ ਰਿਹਾ ਹੋਵੇਗਾ ਕਿ ਤੁਸੀਂ ਉਸ ਨੂੰ ਆਪਣੇ ਪੂਰੇ ਦਿਲ ਅਤੇ ਜਾਨ ਨਾਲ ਪਿਆਰ ਕਰਦੇ ਹੋ ਜਾਂ ਨਹੀਂ। ਤੁਸੀਂ ਤਾਂ ਕੇਵਲ ਪ੍ਰਭੂ ਆਪਣੇ ਪਰਮੇਸ਼ਵਰ ਦੇ ਹੀ ਪਿੱਛੇ ਚੱਲਣਾ, ਉਸ ਤੋਂ ਡਰਨਾ, ਉਸ ਦੀ ਆਗਿਆਕਾਰੀ ਕਰਨਾ, ਉਸ ਦੇ ਆਗਿਆਕਾਰੀ ਬਣਨਾ, ਉਸ ਦੇ ਹੁਕਮਾਂ ਦੀ ਪਾਲਣਾ ਕਰਨਾ, ਉਸ ਦੀ ਸੁਣਨਾ, ਉਸ ਦੀ ਪੂਜਾ ਕਰਨਾ ਅਤੇ ਉਸ ਨਾਲ ਚਿੰਬੜੇ ਰਹਿਣਾ। ਪਰ ਤੁਸੀਂ ਨਵੀਂ ਜਾਂ ਸੁਪਨਾ ਦੇਖਣ ਵਾਲੇ ਨੂੰ ਜਾਨੋਂ ਮਾਰ ਦਿਓ, ਕਿਉਂਕਿ ਉਸਨੇ ਤੁਹਾਨੂੰ ਉਸ ਪ੍ਰਭੂ ਤੁਹਾਡੇ ਪਰਮੇਸ਼ਵਰ ਦੇ ਵਿਰੁੱਧ ਚੱਲਣ ਦੀ ਸਿੱਖਿਆ ਦਿੱਤੀ ਹੈ ਜੋ ਤੁਹਾਨੂੰ ਮਿਸਰ ਦੀ ਗੁਲਾਮੀ ਦੇ ਘਰ ਵਿੱਚੋਂ ਬਚਾ ਕੇ ਬਾਹਰ ਕੱਢ ਲਿਆਇਆ ਹੈ। ਉਸਨੇ ਤੁਹਾਨੂੰ ਉਹ ਰਾਹ ਛੱਡਣ ਦੀ ਸਲਾਹ ਦਿੱਤੀ ਹੈ ਜਿਸ ਤੇ ਚੱਲਣ ਦਾ ਹੁਕਮ ਤੁਹਾਨੂੰ ਪ੍ਰਭੂ ਤੁਹਾਡੇ ਪਰਮੇਸ਼ਵਰ ਤੋਂ ਮਿਲਿਆ ਹੈ। ਇਸ ਤਰ੍ਹਾਂ ਕਰਨ ਦੁਆਰਾ ਤੁਸੀਂ ਆਪਣੇ ਵਿੱਚੋਂ ਬੁਰਾਈ ਦਾ ਖਾਤਮਾ ਕਰੋਗੇ। ਹੋ ਸਕਦਾ ਹੈ ਕਿ ਤੁਹਾਡਾ ਸਕਾ ਭਰਾ ਜਾਂ ਪੁੱਤਰ ਜਾਂ ਧੀ ਜਾਂ ਪਿਆਰੀ ਪਤਨੀ ਜਾਂ ਬਹੁਤ ਨੇੜੇ ਦਾ ਮਿੱਤਰ ਲੁਕੇ ਰੂਪ ਵਿੱਚ ਆਖੇ, ਆ ਅਸੀਂ ਜਾ ਕੇ ਦੂਜੇ ਦੇਵਤਿਆਂ ਦੀ ਪੂਜਾ ਕਰੀਏ ਜਿਨ੍ਹਾਂ ਬਾਰੇ ਨਾ ਤਾਂ ਤੁਸੀਂ ਅਤੇ ਨਾ ਹੀ ਤੁਹਾਡੇ ਪੁਰਖੇ ਜਾਣਦੇ ਸੋ। ਇਹਨਾਂ ਦੇਵਤਿਆਂ ਵਿੱਚੋਂ ਹੋ ਸਕਦਾ ਹੈ ਕਿ ਕੁਝ ਉਹਨਾਂ ਲੋਕਾਂ ਦੇ ਹੋਣ ਜੋ ਤੁਹਾਡੇ ਲਾਗੇ ਛਾਗੇ ਰਹਿ ਰਹੇ ਹਨ, ਜਾਂ ਇਹ ਵੀ ਹੋ ਸਕਦਾ ਹੈ ਕਿ ਜੋ ਤੁਹਾਡੇ ਤੋਂ ਦੂਰ ਅਰਥਾਤ ਧਰਤੀ ਦੀਆਂ ਅੰਤਮ ਹੱਦਾਂ ਤੇ ਹੋਣ। ਪਰ ਤੁਸੀਂ ਆਪਣੇ ਇਹੋ ਜਿਹੇ ਸੰਬੰਧੀ ਦੀ ਨਾ ਸੁਣਨਾ ਅਤੇ ਨਾ ਮੰਨਣਾ। ਤੁਸੀਂ ਨਾ ਹੀ ਉਸ ਤੇ ਤਰਸ ਖਾਣਾ, ਨਾ ਹੀ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰਨਾ ਅਤੇ ਨਾ ਹੀ ਉਸ ਨੂੰ ਲੁਕਾਉਣਾ, ਸਗੋਂ ਉਸ ਨੂੰ ਜਾਨੋਂ ਮਾਰ ਦੇਣਾ। ਸਭ ਤੋਂ ਪਹਿਲਾਂ ਜੋ ਤੇਰਾ ਹੀ ਹੱਥ ਉਸ ਤੇ ਉੱਠੇ ਅਤੇ ਉਸ ਦੇ ਪਿੱਛੋਂ ਦੂਜਿਆਂ ਲੋਕਾਂ ਦਾ। ਤੁਸੀਂ ਉਸ ਨੂੰ ਪੱਥਰਾਂ ਨਾਲ ਪਥਰਾਓ ਕਰ ਦੇਣਾ, ਕਿਉਂਕਿ ਉਸਨੇ ਤੁਹਾਨੂੰ ਪ੍ਰਭੂ ਤੁਹਾਡੇ ਪਰਮੇਸ਼ਵਰ ਜੋ ਤੁਹਾਨੂੰ ਮਿਸਰ ਦੇਸ਼ ਦੇ ਗੁਲਾਮੀ ਦੇ ਘਰ ਤੋਂ ਬਾਹਰ ਕੱਢ ਕੇ ਲਿਆਇਆ ਸੀ ਤੋਂ ਦੂਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਤਦ ਇਜ਼ਰਾਈਲ ਦੇ ਸਭ ਲੋਕ ਇਸ ਘਟਨਾ ਬਾਰੇ ਸੁਣਨ ਅਤੇ ਡਰਨ। ਨਤੀਜੇ ਵਿੱਚ ਅੱਗੇ ਤੋਂ ਉਹਨਾਂ ਵਿੱਚੋਂ ਇਹੋ ਜਿਹੀ ਬੁਰਾਈ ਕਰਨ ਦੀ ਕੋਸ਼ਿਸ਼ ਨਹੀਂ ਕਰੇਗਾ। ਸੋ ਇਹ ਜਿਹੜਾ ਅਸੀਂ ਪ੍ਰਭੂ ਦੇ ਹੁਕਮ ਦੇਖੇ ਸੀ, ਪ੍ਰਭੂ ਨੇ ਜਿਸ ਲਈ 10 ਨਿਯਮ ਉਹਨਾਂ ਨੂੰ ਦਿੱਤੇ ਸੀ, ਜਿਨ੍ਹਾਂ ਦੇ ਵਿੱਚੋਂ ਪਹਿਲੇ 4 ਨਿਯਮ ਜਿਹੜੇ ਸੀਗੇ ਉਹ ਪ੍ਰਭੂ ਦੇ ਨਾਲ ਜਿਹੜਾ ਸਾਡਾ ਰਿਸ਼ਤਾ ਆ ਉਹਦੇ ਬਾਰੇ ਸੀ ਕਿ ਪ੍ਰਭੂ ਦੀ ਤੋਂ ਸਿਵਾਏ ਕਿਸੇ ਹੋਰ ਨੂੰ ਤੁਸੀਂ ਨਹੀਂ ਮੰਨਣਾ, ਕੋਈ ਘੜੀ ਸੂਰਤ ਨਹੀਂ ਬਣਾਉਣੀ, ਉਹਦੇ ਮੂਹਰੇ ਮੱਥਾ ਨਹੀਂ ਟੇਕਣਾ, ਤੁਸੀਂ ਆਪਣੇ ਪ੍ਰਭੂ ਦਾ ਨਾਮ ਵਿਅਰਥ ਦੇ ਵਿੱਚ ਨਹੀਂ ਲੈਣਾ, ਔਰ ਚੌਥੀ ਕਿ ਪ੍ਰਭੂ ਦੇ ਸਬਤ ਦੇ ਦਿਨ ਨੂੰ ਤੁਸੀਂ ਪਵਿੱਤਰ ਕਰਕੇ ਮੰਨਣਾ, ਕਿਉਂਕਿ ਇਹ ਇੱਕ ਤਿਉਹਾਰ, ਸਬਤ ਜਿਹੜਾ ਆ ਉਹ ਇੱਕ ਤਿਉਹਾਰ ਆ ਬਾਕੀ ਤਿਉਹਾਰਾਂ ਦੇ ਵਾਂਗ, ਕਿਉਂਕਿ ਸਭ ਤੋਂ ਪਹਿਲਾ ਜਿਹੜਾ ਤਿਉਹਾਰ ਮਨਾਇਆ ਗਿਆ ਸੀ ਇਸ ਧਰਤੀ ਤੇ ਉਹ ਸਬਤ ਦਾ ਤਿਉਹਾਰ ਮਨਾਇਆ ਗਿਆ ਸੀ, ਔਰ ਉਹ ਪ੍ਰਭੂ ਪਰਮੇਸ਼ਰ ਨੇ ਆਦਮ ਦੇ ਨਾਲ ਮਿਲ ਕੇ ਉਹ ਤਿਉਹਾਰ ਮਨਾਇਆ ਸੀ। ਸੋ ਅਸੀਂ ਜਿਸ ਵੇਲੇ ਵਚਨ ਦੇ ਵਿੱਚ ਇੱਥੇ ਆਉਂਦੇ ਹਾਂ ਤੇ ਸਾਨੂੰ ਇੱਕ ਬਹੁਤ ਕੇਅਰਫੁਲ ਕਿ ਤੁਸੀਂ ਤੁਹਾਡੇ ਪ੍ਰਭੂ ਤੋਂ ਦੂਰ ਕਰਨ ਵਾਲੇ ਤੁਹਾਨੂੰ ਬਹੁਤ ਆਉਣਗੇ, ਔਰ ਐਸੇ ਲੋਕ ਆਉਣਗੇ ਜਿਹੜੇ ਕਿ ਤੁਹਾਨੂੰ ਤਰ੍ਹਾਂ ਤਰ੍ਹਾਂ ਦੇ
ਕੰਮ ਕਰਕੇ ਦਿਖਾਉਣਗੇ, ਤੁਹਾਨੂੰ ਉਹ ਵੱਡੇ ਵੱਡੇ ਚਮਤਕਾਰ ਕਰਨਗੇ। ਲੇਕਿਨ ਇਹਦੇ ਵਿੱਚ ਜਿਹੜੀ ਇੱਕ ਸਭ ਤੋਂ ਵੱਡੀ ਅਸੀਂ ਕੜੀ ਦੇਖੀ ਸੀਗੀ ਕੱਲ, ਉਹ ਇਹ ਸੀ ਕਿ ਹੋ ਸਕਦਾ ਹੈ ਕਿ ਤੁਹਾਡੇ ਵਿੱਚੋਂ ਕੋਈ ਨਵੀਂ ਸੁਪਨਾ ਦੇਖਣ ਵਾਲਾ ਦਾਅਵਾ ਕਰੇ ਕਿ ਉਹ ਤੁਹਾਨੂੰ ਕੋਈ ਚਿੰਨ੍ਹ ਜਾਂ ਚਮਤਕਾਰ ਅਦਭੁਤ ਕੰਮ ਕਰਕੇ ਦਿਖਾ ਸਕਦਾ ਹੈ। ਇਹ ਵੀ ਹੋ ਸਕਦਾ ਹੈ ਕਿ ਉਹ ਆਪਣਾ ਦਾਅਵਾ ਕੀਤਾ ਚਿੰਨ੍ਹ ਅਤੇ ਅਦਭੁਤ ਕੰਮ ਤੁਹਾਨੂੰ ਪੂਰਾ ਕਰਕੇ ਦਿਖਾ ਵੀ ਦੇਵੇ, ਪਰ ਇਸ ਦੇ ਪਿੱਛੋਂ ਤੁਹਾਨੂੰ ਕਹੇ, ਉਹ ਕਹੇ ਕਿ ਆਓ ਅਸੀਂ ਦੂਸਰੇ ਦੇਵਤਿਆਂ ਦੀ ਪੂਜਾ ਕਰੀਏ ਜਾਂ ਅਸੀਂ ਦੂਸਰੇ ਦੇਵਤਿਆਂ ਦੇ ਪਿੱਛੇ ਚੱਲੀਏ। ਸੋ ਉਸਦੀ ਉਹਨੇ ਉਹਨਾਂ ਨੂੰ ਦੱਸਿਆ ਕਿ ਇਸ ਤਰ੍ਹਾਂ ਦੇ ਇਨਸਾਨ ਦੀ ਸਜ਼ਾ ਕੀ ਹੈ। ਉਸਨੂੰ ਉਸ ਕੰਡੇ ਨੂੰ ਤੁਸੀਂ ਕੱਢ ਦੇਣਾ। ਉਹ ਜਿਹੜਾ ਚਮਤਕਾਰ ਕਰਨ ਦਾ ਉਸਨੇ ਦਾਅਵਾ ਕੀਤਾ ਔਰ ਉਸਨੇ ਆਪਣਾ ਦਾਅਵਾ ਪੂਰਾ ਕਰਕੇ ਦਿਖਾਇਆ, ਲੇਕਿਨ ਬਾਅਦ ਦੇ ਵਿੱਚ ਉਹ ਤੁਹਾਨੂੰ ਇੱਕ ਪਾਸੇ ਨੂੰ ਖਿੱਚਦਾ ਪਿਆ ਕਿ ਚਲੋ ਅਸੀਂ ਪ੍ਰਸਤਸ਼ ਕਰੀਏ, ਦੂਸਰੇ ਦੇਵਤਿਆਂ ਦੀ ਪ੍ਰਸਤਸ਼ ਕਰੀਏ। ਔਰ ਉਸ ਤੋਂ ਬਾਅਦ ਉਸਨੇ ਵਚਨ ਦੇ ਵਿੱਚ ਆਉਂਦਾ ਕਿ ਸ਼ਾਇਦ ਕੋਈ ਤੁਹਾਡੀ ਧੀ, ਤੁਹਾਡਾ ਪੁੱਤਰ, ਭਰਾ ਜਾਂ ਤੁਹਾਡੀ ਪਿਆਰੀ ਪਤਨੀ ਤੁਹਾਨੂੰ ਕਹੇ ਕਿ ਆਓ ਅਸੀਂ ਦੂਸਰਿਆਂ ਦੇਵਤਿਆਂ ਦੀ ਪ੍ਰਸਤਸ਼ ਦੇ ਲਈ ਚੱਲੀਏ। ਬਟ ਮਸੀਹੀ ਜਗਤ ਦੇ ਵਿੱਚ ਜਿੱਥੇ ਅਸੀਂ ਜੀ ਰਹੇ ਹਾਂ, ਸਾਡੀ ਇਹ ਪ੍ਰੋਬਲਮ ਨਹੀਂ ਹੈਗੀ। ਇਹ ਸਾਨੂੰ ਪਤਾ ਆ ਕਿ ਦੂਸਰੇ ਦੇਵਤਿਆਂ ਦੀ ਪ੍ਰਸਤਸ਼ ਅਸੀਂ ਨਹੀਂ ਕਰਨੀ। ਇਹ ਸਾਨੂੰ ਪਤਾ ਆ ਕਿ ਜਿਸ ਇਨਸਾਨ ਦਾ ਹਾਲੇ ਅੰਤਕਰਨ ਮਜ਼ਬੂਤ ਨਹੀਂ ਹੋਇਆ, ਉਸ ਨੂੰ ਦੂਸਰਿਆਂ ਦੇਵਤਿਆਂ ਤੋਂ ਡਰ ਲੱਗਦਾ ਔਰ ਉਹ ਉਹਨਾਂ ਨੂੰ ਵੀ ਨਾਰਾਜ਼ ਨਹੀਂ ਕਰਨਾ ਮੰਗਦਾ, ਜਦ ਕਿ ਉਹ ਹੈ ਵੀ ਨਹੀਂ। ਇੱਕ ਡਰ ਸ਼ੁਰੂ ਤੋਂ ਸਾਡੇ ਅੰਦਰ ਬਿਠਾਇਆ ਗਿਆ, ਉਸ ਡਰ ਦੇ ਉੱਤੇ ਹਾਲੇ ਅਸੀਂ ਕਾਬੂ ਨਹੀਂ ਪਾਇਆ। ਪਰ ਸਾਡਾ ਖਤਰਾ, ਉਹ ਸਾਡੇ ਅੰਦਰੋਂ ਸਾਡਾ ਖਤਰਾ ਹੈ। ਅੰਦਰੋਂ ਖਤਰਾ ਇਹ ਆ ਕਿ ਅਸੀਂ ਉਸ ਸਮੇਂ ਦੇ ਵਿੱਚ ਜੀ ਰਹੇ ਹਾਂ, ਕਿਉਂਕਿ ਇਹ ਅੰਤ ਦੇ ਦਿਨਾਂ ਦੀਆਂ ਜਿਹੜੀਆਂ ਨਿਸ਼ਾਨੀਆਂ ਪ੍ਰਭੂ ਯਿਸੂ ਮਸੀਹ ਨੇ ਦਿੱਤੀਆਂ, ਉਹ ਪੂਰੀਆਂ ਹੋ ਰਹੀਆਂ। ਔਰ ਪ੍ਰਕਾਸ਼ ਦੀ ਪੋਥੀ ਦੇ ਵਿੱਚ ਵੀ ਜਿਹੜੇ ਅਸੀਂ ਦੇਖਦੇ ਹਾਂ, ਉਸ ਵੇਲੇ ਇਹਨਾਂ ਨਿਸ਼ਾਨੀਆਂ ਨੂੰ ਅਸੀਂ ਦੇਖਦੇ ਪਏ ਹਾਂ। ਔਰ ਸਾਨੂੰ ਬਹੁਤ ਕੇਅਰਫੁਲ ਰਹਿਣਾ ਪੈਣਾ, ਕਿਉਂਕਿ ਅਸੀਂ ਉਸ ਸਮੇਂ ਦੇ ਵਿੱਚ ਜੀ ਰਹੇ ਹਾਂ ਜਦੋਂ ਚਿੰਨ੍ਹ ਚਮਤਕਾਰਾਂ ਦਾ ਬਹੁਤ ਜ਼ੋਰ ਚੱਲਦਾ ਪਿਆ। ਚਿੰਨ੍ਹ ਚਮਤਕਾਰਾਂ ਦੇ ਪਿੱਛੇ ਲੋਕ ਕਮਲੇ ਹੋਏ ਔਰ ਉਹ ਦੌੜੇ ਫਿਰਦੇ ਆ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ, ਕਿਤੇ ਪਤਾ ਲੱਗ ਜੈਸੇ ਉੱਥੇ ਅਸੀਂ ਪਹੁੰਚ ਜਾਂਦੇ। ਭਾਵੇਂ ਸਾਨੂੰ ਨਿਰਾਸ਼ ਹੋ ਕੇ ਮੁੜਨਾ ਪਏ, ਪਰ ਅਸੀਂ ਜ਼ਰੂਰ ਜਾਂਦੇ। ਔਰ ਇਹ ਇਸ ਸਮੇਂ ਦੀ ਨਿਰਾਸ਼ਾ ਆ, ਇਸ ਸਮੇਂ ਦੇ ਵਿੱਚ ਜਿੱਥੇ ਪ੍ਰਭੂ ਕਹਿ ਰਿਹਾ ਕਿ ਜਿਹੜਾ ਵਚਨ ਮੈਂ ਤੁਹਾਨੂੰ ਦਿੱਤਾ ਇਹ ਅੱਗ ਦੇ ਵਿੱਚੋਂ ਤਪ ਕੇ ਆਇਆ, ਸਾਡਾ ਧਿਆਨ ਉਸ ਤੋਂ ਦੂਰ ਹੋ ਜਾਂਦਾ। ਸਾਡਾ ਜਿਹੜਾ ਧਿਆਨ ਆ ਉਹ ਬਰਕਤਾਂ ਦੇ ਬਾਰੇ ਚੱਲ ਜਾਂਦਾ। ਮੈਨੂੰ ਬਹੁਤ ਭੈਣ ਭਰਾ ਤਸਵੀਰਾਂ ਸੋਹਣੀਆਂ ਭੇਜਦੇ। I really like them. I really enjoy them. ਪ੍ਰਭੂ ਦੀ ਗ੍ਰੇਸ ਦੇ ਬਾਰੇ, ਪ੍ਰਭੂ ਦੀਆਂ ਕੰਮਾਂ ਦੇ ਬਾਰੇ, ਪ੍ਰਭੂ ਦੇ ਹੱਥ ਦੇ ਬਾਰੇ, ਕਿ ਉਹ ਕਿੰਨਾ ਸਾਡਾ ਪ੍ਰਭੂ ਪ੍ਰੋਟੈਕਟਿਵ ਆ, ਪ੍ਰਭੂ ਦੀਆਂ ਵਰਸਾਂ ਦੀਆਂ। I really like it. I really love it. ਕਿਸ ਤਰ੍ਹਾਂ ਪ੍ਰਭੂ ਸਾਨੂੰ ਉਹਨਾਂ ਦੇ ਰਾਹੀਂ, ਸਾਡਾ ਪ੍ਰਭੂ ਕਿੱਦਾਂ ਸਾਨੂੰ ਇਨਕਰੇਜ ਕਰਦਾ, ਉਹਨਾਂ ਚੀਜ਼ਾਂ ਦੇ ਰਾਹੀਂ ਅਸੀਂ ਕਿਸ ਤਰ੍ਹਾਂ ਇਨਕਰੇਜ ਹੁੰਦੇ। ਲੇਕਿਨ ਇੱਕ ਤਸਵੀਰ ਜਿਹੜੀ ਜ਼ਰੂਰੀ ਆ, ਜਿਹੜੀ ਕਿ ਸਾਡੀ ਜ਼ਿੰਮੇਵਾਰੀ ਆ, ਉਹ ਅਸੀਂ ਬਹੁਤ ਘੱਟ ਦੇਖਦੇ। ਸੋ ਉਹ ਤਸਵੀਰ ਮੈਂ ਤੁਹਾਨੂੰ ਮੈਂ ਦਿਖਾਉਣਾ। ਮੈਂ ਤੁਹਾਨੂੰ ਬਸ ਇੱਕ ਤਾਂ ਲਈ ਵੀ ਆ ਸਾਰਿਆਂ ਨੂੰ, ਲੇਕਿਨ ਉਸ ਨੂੰ ਅਸੀਂ ਲੈਟਸ ਗੋ ਬੈਕ। ਔਰ ਉਹ ਜਿਹੜੀ ਤਸਵੀਰ ਆ ਉਹ ਇਹ ਆ ਕਿ ਸਾਡੇ ਪ੍ਰਭੂ ਨੇ ਸਾਨੂੰ ਦੱਸ ਦਿੱਤਾ ਹੈਗਾ ਕਿ ਤੂੰ ਕਿਸੇ ਟ੍ਰੈਪ ਦੇ ਵਿੱਚ ਆਪਣਾ ਪੈਰ ਨਹੀਂ ਰੱਖਣਾ, ਤੂੰ ਫਸਣਾ ਨਹੀਂ। ਔਰ ਅੰਤ ਦੇ ਦਿਨਾਂ ਦੇ ਵਿੱਚ ਜਿਹੜੀਆਂ ਚੀਜ਼ਾਂ ਹੋਣੀਆਂ, ਉਹਨਾਂ ਤੋਂ ਆਪਣੇ ਆਪ ਨੂੰ ਬਚਾ ਕੇ ਰੱਖਣਾ। ਔਰ ਇਸ ਚੀਜ਼ ਦੇ ਉੱਤੇ ਸਾਨੂੰ ਜੋ ਪ੍ਰਭੂ ਦੀਆਂ ਬਰਕਤਾਂ ਦੀਆਂ ਆ, ਉਹਦੇ ਲਈ ਪ੍ਰਭੂ ਦਾ ਧੰਨਵਾਦ ਵੀ ਕਰਨਾ ਚਾਹੀਦਾ। ਲੇਕਿਨ ਜਿਸ ਲਈ ਅਸੀਂ ਇਸ ਤਰ੍ਹਾਂ ਦੀ ਤਸਵੀਰ ਦੇਖੀਏ ਤਾਂ ਸਾਨੂੰ ਆਪਣੇ ਆਪ ਨੂੰ ਜਗਾ ਕੇ ਵੀ ਰੱਖਣਾ ਚਾਹੀਦਾ। ਉਹ ਤਸਵੀਰਾਂ ਜਿਸ ਲਈ ਅਸੀਂ ਦੇਖਦੇ ਹਾਂ, ਉਹ ਪ੍ਰਭੂ ਦੀਆਂ ਬਰਕਤਾਂ ਸਾਡੇ ਲਈ ਆ। ਔਰ ਇਹ ਜਿਸ ਵੇਲੇ ਇਹਨਾਂ ਨੂੰ ਅਸੀਂ ਦੇਖਦੇ ਹਾਂ ਤੇ ਇਹ ਸਾਡਾ ਪ੍ਰੀਕਾਸ਼ਨ ਆ ਔਰ ਇਹ ਸਾਡੀ ਜ਼ਿੰਮੇਵਾਰੀ ਆ। ਇਹ ਸਾਡੀ ਜ਼ਿੰਮੇਵਾਰੀ ਆ ਕਿ ਅਸੀਂ ਆਪਣੇ ਆਪ ਨੂੰ ਕਿਸ ਤਰ੍ਹਾਂ ਬਚਾਉਣਾ।
मेरी जिम्मेवारी आ कि मैं अपने आप ਨੂੰ किस तरह बचाऊं। और ਅਸੀਂ ਕੱਲ ਇਹੋ ਹੀ ਦੇਖਦੇ ਪਏ ਸੀਗੇ ਕਿ ਬਹੁਤ ਜਗ੍ਹਾਵਾਂ ਤੇ ਭੈਣ ਭਰਾ ਸੱਦਦੇ ਆ, ਮੈਂ ਜਾਣਾ ਆ, ਮੈਂ ਉੱਥੇ ਜਿਹੜੀ ਚੀਜ਼ ਦੇਖਦਾ, ਲੇਕਿਨ ਮੈਂ ਉੱਥੇ ਹਮੇਸ਼ਾ ਬੈਠਾ ਇਸ ਚੀਜ਼ ਨੂੰ ਦੇਖਦਾ ਹੁੰਦਾ ਕਿ ਇਜ਼ ਇਟ ਫਰਮ ਗॉड। ਜੇ ਉਹ ਪ੍ਰਭੂ ਦੇ ਵੱਲੋਂ ਨਹੀਂ ਤੇ ਮੈਨੂੰ ਇਸ ਚੀਜ਼ ਦਾ ਪਤਾ ਹੁੰਦਾ ਕਿ ਪ੍ਰਭੂ ਦੇ ਵੱਲੋਂ ਨਹੀਂ। ਸ਼ਾਇਦ ਇਸ ਬੰਦੇ ਦੇ ਲਈ ਹੋਵੇ ਪਰ ਮੇਰੇ ਲਈ। ਸੋ ਮੈਂ ਜਾਨ ਨਹੀਂ ਲੈਂਦਾ, ਪਰ ਮੈਂ ਆਪਣੀ ਜਾਨ ਬਚਾ ਕੇ ਉੱਥੋਂ ਨਿਕਲਾਂ। अपनी जान बचा के मैं उस जगह तो बाहर आ जाना कि मेरे लिए नहीं। मेरा प्रभु बहुत बड़े बड़े काम करता। प्रभु ने बहुत जिंदगी च बड़े बड़े काम किए कि असी मैं उन्होंने नकार नहीं सकता। साडे दोने बच्चे चमत्कार है प्रभु दा, और बड़ी प्रभु की बड़ी भारी किरपा है उस साडे उत्ते, मेरे ते तरणजीत दे। मैं प्रभु दे उन्हां चमत्कारां नूं नकार नहीं सकता, लेकिन मैं चमत्कार करन वाले जिहड़े अपने आप नूं चमत्कार करन वाले कहंदे, मैं उन्हां दे जाल च नहीं फसदा। मैं अपने आप नूं बचा के रखदा, क्योंकि वैरी ने ये ट्रैप जिहड़े लाए हो आ, ये हमेशा ये जिहड़ा सी छोटा रस्ता प्रभु दा फड़िया है, जो प्रभु दा शब्द आ जिहड़ा फड़िया असी लैके तुरे हुआ, जो प्रभु दा शब्द आ, जो यसू मसीह आप आ, जो छोटा रस्ता है, उसके आले दुआले उसने ट्रैप लाए हो सानू फड़न दे, और उत्थों सानू अपने आप नूं बचाउणा पैना। अगर तुहानू कोई लैके भी जाए तो बड़े केयरफुल होके, इमोशनल होके ना जाओ। There is too much emotional Christianity in दिनां दे विच असी देखते पाए। It has no, ओदी जड़ किते नहीं लगी, ओदियां जड़ां खोखरियां हैं, जिहदे विच असी ਜਿਹੜੇ ਇਹਨਾਂ ਦਿਨਾਂ ਦੇ ਵਿੱਚ ਅਸੀਂ ਦੇਖਦੇ ਪਏ ਹਾਂ। ਮੇਰੇ ਨਾਲ ਪ੍ਰਕਾਸ਼ ਦੀ ਪੋਥੀ ਦੇ ਵਿੱਚ ਆ ਜਾਓ, ਉਸ ਦਾ ਅਸੀਂ ਇੱਕ ਚੈਪਟਰ ਪੜਾਂਗੇ। ਹੁਣ ਤਾਂ ਅਸੀਂ ਇਹਨਾਂ ਦਿਨਾਂ ਦੇ ਵਿੱਚ ਸਾਡੇ ਭਰਾ ਜਿਹੜੇ ਇਹਨਾਂ ਕੰਮਾਂ ਦੇ ਵਿੱਚ ਪਏ ਹੋ ਆ, ਉਹ 10-20% ਤੇ ਖੁਸ਼ ਹੋ ਜਾਂਦੇ ਕਿ 10% ਇਹ ਹੋ ਗਿਆ ਤਾਂ 5% ਇਹ ਹੋ ਗਿਆ। ਲੇਕਿਨ ਜਿਹੜੇ ਦਿਨਾਂ ਦੇ ਵੱਲ ਨੂੰ ਅਸੀਂ ਜਾ ਰਹੇ ਹਾਂ, ਜਿਹੜੇ ਦਿਨਾਂ ਦੇ ਵੱਲ ਨੂੰ ਅਸੀਂ ਜਾ ਰਹੇ ਹਾਂ, ਕਿਉਂਕਿ ਅਸੀਂ ਜਾ ਰਹੇ ਹਾਂ, ਅਸੀਂ ਹੁਣੇ ਕੋਵਿਡ ਦੇ ਵਿੱਚ ਦੀ ਲੰਘੇ ਹਾਂ ਨਾ। ਕੋਈ ਕਹਿੰਦਾ ਸ਼ੈਤਾਨ ਵੱਲੋਂ ਤੇ ਕੋਈ ਕਹਿੰਦਾ ਹੈ ਚਾਈਨਾ ਵੱਲੋਂ। I don't believe that. It is from God. It is from God, क्योंकि प्रभु दे वचन दे विच चीज़ां लिखियां हैं। अगे प्लेग पैंदी हुंदी सी, ਉਹ ਜਾਂ ਪੈਂਦੀ ਹੁੰਦੀ ਸੀ ਕਿ ਰਸ਼ੀਆ ਦੇ ਵਿੱਚ ਪਲੇਗ ਪੈ ਗਈ ਜੀ, ਜਾਂ ਚਾਈਨਾ ਦੇ ਵਿੱਚ ਪਲੇਗ ਪੈ ਗਈ, ਜਾਂ ਅਫਰੀਕਾ ਦੇ ਵਿੱਚ ਬੈਬੂਨ ਪਲੇਗ ਆ ਗਈ। ਲੇਕਿਨ ਇਹ ਇੱਕ ਐਸੀ ਚੀਜ਼ ਆਈ ਆ ਕਿ ਜਿਹੜੀ ਸਾਰੀ ਦੁਨੀਆ ਦੇ ਵਿੱਚ, ਐਵਰੀਵੇਅਰ, ਸਾਰੀ ਦੁਨੀਆ ਦੇ ਵਿੱਚ, उसने सारी दुनिया की इकोनॉमी बर्बाद कर दी है, घरां दे घर तबाह इसने कर दिते है। और इसने ये बड़ा इसने तुसी जानी कि अगर तुसी इंडिया दे विच यूपी और यूपी तो उतले ਜਿਹੜੇ ਹੈਗੇ ਆ ਇਲਾਕੇ, ਉਹਨਾਂ ਦੇ ਵਿੱਚ ਜਿਸਲੇ ਜਾਣੇ ਆ ਤੇ ਉਹ ਕਹਿੰਦੇ ਪਿੰਡਾਂ ਦੇ ਵਿੱਚ ਕੋਈ ਪਿੰਡ ਐਸਾ ਨਹੀਂ ਜਿਹਨਾਂ ਦੇ ਵਿੱਚ 3-4 ਘਰ ਖਾਲੀ ਨਹੀਂ ਹੋਵੇ, 3-4 घर खाली नहीं हो गए। सो ये फुट स्टैप्स है। सो इसका मतलब कि अगलियां चीज़ां भी वो आने वालियां हैं। सो सानू उन्हां तो खबरदार रहना पैना। मेरे नाल 13वें भाव दे विच आ जाओ। पर इवेंचुअली ये भी अमेजिंग चीज़ है कि उतों भी 13वां पढ़ के आए हैं तो इत्थे आके भी 13वें चैप्टर दे विच आ। और असी 13वें भाव की पहली आयत तो लैके असी 18 आयत तक देखा। रेवलेशन चैप्टर 13 उसकी एक आयत तो लेके 18 आयत तक देखा। जिन में मैं दो पशु, इस दे पिछों मैं एक पशु ਨੂੰ ਸਮੁੰਦਰ ਵਿੱਚੋਂ ਬਾਹਰ ਆਉਂਦੇ ਲਿਖਿਆ। ਉਸ ਦੇ 10 ਸਿੰਘ ਅਤੇ 10 ਹੀ ਸਿਰ ਸਨ। ਉਸ ਦੇ ਹਰ ਸਿੰਘ ਤੇ ਇੱਕ ਤਾਜ ਅਤੇ ਹਰ ਸਿਰ ਤੇ ਪਰਮੇਸ਼ਰ ਦੇ ਲਈ ਨਿੰਦਾ ਦਾ ਇੱਕ ਨਾਂ ਲਿਖਿਆ ਹੋਇਆ ਸੀ। ਉਹ ਪਸ਼ੂ ਜੋ ਮੈਂ ਦੇਖਿਆ ਚੀਤੇ ਵਰਗਾ ਸੀ, ਪਰ ਉਸਦੇ ਪੈਰ ਰਿੱਛ ਦੇ ਪੈਰਾਂ ਵਰਗੇ ਅਤੇ ਉਸਦਾ ਮੂੰਹ ਸ਼ੇਰ ਦੇ ਮੂੰਹ ਵਰਗਾ ਸੀ।
ਪਰ ਅਜਗਰ ਨੇ ਆਪਣੀ ਸਾਰੀ ਸ਼ਕਤੀ, ਅਧਿਕਾਰ ਅਤੇ ਤਾਕਤ ਉਸ ਨੂੰ ਸੌਂਪ ਦਿੱਤਾ। ਇਸ ਤਰ੍ਹਾਂ ਲੱਗਦਾ ਸੀ ਕਿ ਪਸ਼ੂ ਦਾ ਇੱਕ ਸਿਰ ਉੱਤੇ ਖਤਰਨਾਕ ਜ਼ਖਮ ਲੱਗਾ ਹੋਇਆ ਹੈ, ਪਰ ਉਸ ਦਾ ਇਹ ਜ਼ਖਮ ਠੀਕ ਹੋ ਚੁੱਕਾ ਸੀ। ਉਸ ਤੋਂ ਸਾਰਾ ਸੰਸਾਰ ਹੈਰਾਨ ਸੀ, ਇਸ ਲਈ ਉਸ ਦੇ ਪਿੱਛੇ ਲੱਗ ਤੁਰਿਆ ਸੀ। ਸਭ ਲੋਕ ਅਜਗਰ ਦੀ ਪੂਜਾ ਕਰਨ ਲੱਗੇ, ਕਿਉਂਕਿ ਉਸਨੇ ਆਪਣਾ ਅਧਿਕਾਰ ਉਸ ਪਸ਼ੂ ਨੂੰ ਦੇ ਦਿੱਤਾ ਸੀ। ਉਹ ਉਸ ਪਸ਼ੂ ਦੀ ਪੂਜਾ ਵੀ ਇਹ ਕਹਿ ਕੇ ਕਰਨ ਲੱਗੇ, ਇਸ ਪਸ਼ੂ ਵਰਗਾ ਕੌਣ ਹੈ? ਇਸ ਦੇ ਵਿਰੁੱਧ ਕੌਣ ਲੜ ਸਕਦਾ ਹੈ? ਪਸ਼ੂ ਨੂੰ ਵੱਡੀਆਂ ਵੱਡੀਆਂ ਗੱਲਾਂ ਕਰਨ ਅਤੇ ਪਰਮੇਸ਼ਰ ਦੀ ਨਿੰਦਾ ਕਰਨ ਵਾਲਾ ਮੂੰਹ ਦਿੱਤਾ ਗਿਆ ਸੀ। ਤਦ ਉਸਨੇ ਆਪਣਾ ਮੂੰਹ ਪਰਮੇਸ਼ਰ ਦੇ ਵਿਰੁੱਧ ਨਿੰਦਾ ਕਰਨ ਦੇ ਲਈ ਖੋਲ੍ਹਿਆ। ਉਹ ਪਰਮੇਸ਼ਰ ਦੇ ਨਾਂ ਦਾ ਉਸਦੀ ਰਹਿਣ ਵਾਲੀ ਥਾਂ ਅਰਥਾਤ ਸਵਰਗ ਦੇ ਨਿਵਾਸੀਆਂ ਦੇ ਲਈ ਬੁਰਾ ਭਲਾ ਕਹਿੰਦਾ ਸੀ। ਉਸ ਨੂੰ ਪਰਮੇਸ਼ਰ ਦੇ ਲੋਕਾਂ ਵਿਰੁੱਧ ਲੜਨ ਅਤੇ ਜਿੱਤ ਪ੍ਰਾਪਤ ਕਰਨ ਦੀ ਆਗਿਆ ਦਿੱਤੀ ਗਈ, ਤੇ ਇਸ ਦੇ ਨਾਲ ਹੀ ਹਰ ਕਬੀਲੇ, ਕੌਮ, ਬੋਲੀ ਅਤੇ ਰਾਸ਼ਟਰ ਤੇ ਅਧਿਕਾਰ ਵੀ ਦਿੱਤਾ ਗਿਆ। ਤਦ ਧਰਤੀ ਦੇ ਸਭ ਰਹਿਣ ਵਾਲੇ ਉਸ ਪਸ਼ੂ ਦੀ ਪੂਜਾ ਕਰਨ ਲੱਗੇ, ਅਰਥਾਤ ਉਹ ਸਭ ਜਿਨ੍ਹਾਂ ਦੇ ਨਾਂ ਰਚਨਾ ਦੇ ਸ਼ੁਰੂ ਤੋਂ ਹੀ ਮੇਮਨੇ ਦੀ ਜੋ ਕੁਰਬਾਨ ਕੀਤਾ ਸੀ ਜੀਵਨ ਦੀ ਪੋਥੀ ਵਿੱਚ ਨਹੀਂ ਲਿਖੇ ਗਏ ਸਨ। ਜਿਸ ਦੇ ਕੰਨ ਹਨ ਉਹ ਇਹ ਸਭ ਸੁਣੇ। ਜੇਕਰ ਕਿਸੇ ਨੂੰ ਕੈਦ ਵਿੱਚ ਜਾਣਾ ਹੈ ਤਾਂ ਉਸ ਨੂੰ ਕੈਦ ਵਿੱਚ ਜਾਣਾ ਪਵੇਗਾ। ਜੇਕਰ ਕਿਸੇ ਨੂੰ ਤਲਵਾਰ ਨਾਲ ਮਾਰੇ ਜਾਣਾ ਹੈ ਤਾਂ ਉਸ ਨੂੰ ਤਲਵਾਰ ਨਾਲ ਹੀ ਮਰਨਾ ਪਵੇਗਾ। ਪਰ ਪਰਮੇਸ਼ਰ ਦੇ ਲੋਕਾਂ ਲਈ ਧੀਰਜਵਾਨ ਅਤੇ ਵਿਸ਼ਵਾਸੀ ਸਿੱਧ ਹੋਣ ਲਈ ਇਹ ਹੀ ਘੜੀ ਹੋਵੇਗੀ। ਤਦ ਮੈਂ ਇੱਕ ਹੋਰ ਪਸ਼ੂ ਨੂੰ ਧਰਤੀ ਵਿੱਚੋਂ ਨਿਕਲਦੇ ਦੇਖਿਆ। ਉਸਦੇ 2 ਸਿੰਗ ਸਨ ਅਤੇ ਅਜਗਰ ਦੀ ਤਰ੍ਹਾਂ ਬੋਲਦਾ ਸੀ। ਉਹ ਪਹਿਲੇ ਪਸ਼ੂ ਕੋਲੋਂ ਅਧਿਕਾਰ ਪ੍ਰਾਪਤ ਕਰਕੇ ਉਸਦੀ ਵਰਤੋਂ ਉਸਦੇ ਸਾਹਮਣੇ ਹੀ ਕਰਦਾ ਸੀ। ਉਹ ਧਰਤੀ ਅਤੇ ਇਸਦੇ ਲੋਕਾਂ ਨੂੰ ਉਸ ਪਹਿਲੇ ਪਸ਼ੂ ਜਿਸ ਦਾ ਖਤਰਨਾਕ ਜ਼ਖਮ ਠੀਕ ਹੋ ਚੁੱਕਾ ਸੀ ਪੂਜਾ ਕਰਨ ਲਈ ਪ੍ਰੇਰਨਾ ਦਿੰਦਾ ਸੀ। ਉਹ ਵੱਡੇ ਵੱਡੇ ਚਮਤਕਾਰ ਕਰਦਾ ਸੀ, ਇੱਥੋਂ ਤੱਕ ਕਿ ਧਰਤੀ ਤੇ ਲੋਕਾਂ ਦੀਆਂ ਅੱਖਾਂ ਸਾਹਮਣੇ ਆਕਾਸ਼ ਤੋਂ ਅੱਗ ਪੈਦਾ ਕਰ ਦਿੰਦਾ ਸੀ। ਉਹ ਉਹਨਾਂ ਚਮਤਕਾਰਾਂ ਜਿਨ੍ਹਾਂ ਨੂੰ ਪਸ਼ੂ ਸਾਹਮਣੇ ਕਰਨ ਦਾ ਅਧਿਕਾਰ ਉਸ ਨੂੰ ਮਿਲਿਆ ਸੀ ਰਾਹੀਂ ਧਰਤੀ ਦੇ ਰਹਿਣ ਵਾਲਿਆਂ ਨੂੰ ਕੁਰਾਹੇ ਪਾਉਂਦਾ ਸੀ। ਉਹ ਧਰਤੀ ਨਿਵਾਸੀਆਂ ਨੂੰ ਕਹਿੰਦਾ ਸੀ ਕਿ ਉਹ ਪਸ਼ੂ ਦਾ ਬੁੱਤ ਖੜਾ ਕਰਨ ਜਿਸ ਤੇ ਤਲਵਾਰ ਦਾ ਵਾਰ ਤਾਂ ਹੋਇਆ, ਪਰ ਉਹ ਫਿਰ ਵੀ ਬਚ ਗਿਆ ਸੀ। ਉਸ ਨੂੰ ਬੁੱਤ ਦੇ ਵਿੱਚ ਪ੍ਰਾਣ ਪਾਉਣ ਦਾ ਅਧਿਕਾਰ ਵੀ ਦਿੱਤਾ ਗਿਆ ਕਿ ਬੁੱਤ ਬੋਲਣ ਲੱਗੇ ਤੇ ਉਹਨਾਂ ਲੋਕਾਂ ਨੂੰ ਜੋ ਪਸ਼ੂ ਦੀ ਪੂਜਾ ਨਾ ਕਰਨ ਜਾਨੋਂ ਮਾਰੇ। ਉਹ ਸਭ ਨੂੰ ਅਰਥਾਤ ਛੋਟੇ ਤੋਂ ਵੱਡੇ, ਅਮੀਰ ਤੇ ਗਰੀਬ, ਆਜ਼ਾਦ ਤੇ ਗੁਲਾਮ ਨੂੰ ਜ਼ਬਰਦਸਤੀ ਕਹਿੰਦਾ ਸੀ ਕਿ ਉਹ ਆਪਣੇ ਸੱਜੇ ਹੱਥ ਜਾਂ ਮੱਥੇ ਤੇ ਮੋਹਰ ਲੈਣ। ਉਹ ਕਿਸੇ ਨੂੰ ਵੀ ਜਿਸ ਤੇ ਪਸ਼ੂ ਦੇ ਨਾਂ ਜਾਂ ਨੰਬਰ ਦੀ ਮੋਹਰ ਨਹੀਂ ਸੀ ਲੈਣ ਦੇਣ ਨਹੀਂ ਕਰਨ ਦਿੰਦਾ ਸੀ। ਹੁਣ ਬੁੱਧ ਦੀ ਲੋੜ ਹੈ, ਸੋ ਜਿਸ ਕੋਲ ਵੀ ਬੁੱਧ ਹੈ ਉਹ ਉਸ ਪਸ਼ੂ ਦਾ ਨੰਬਰ ਜੋੜ ਲਵੇ, ਕਿਉਂਕਿ ਅਸਲ ਵਿੱਚ ਇਹ ਕਿਸੇ ਮਨੁੱਖ ਦੇ ਨਾਂ ਦਾ ਹੀ ਨੰਬਰ ਹੈ। ਉਸ ਦਾ ਨੰਬਰ 666 ਹੈ। ਮੈਂ 666 ਦੇ ਚੱਕਰ ਚ ਨਹੀਂ ਪੈਣਾ, ਲੇਕਿਨ ਮੈਂ ਜਿਹੜੀ ਇੱਥੋਂ ਚੀਜ਼ ਦੇਖਣੀ ਮੰਗਦਾ, ਉਹ ਜਿਹੜੀ ਚੀਜ਼ ਅਸੀਂ ਦੇਖਣੀ ਮੰਗਦੇ ਹਾਂ ਉਹ ਇਹ ਦੇਖਣੀ ਮੰਗਦੇ ਹਾਂ ਕਿ ਅਸੀਂ ਇੱਥੇ ਇੱਕ ਜਨ ਨੂੰ, ਪਸ਼ੂ ਨਹੀਂ ਗਾ, ਜਾਨਾਂ ਨੂੰ ਸਮੁੰਦਰ ਦੇ ਵਿੱਚੋਂ ਆਉਂਦਾ ਦੇਖਦੇ ਪਏ। ਇੱਕ ਉੱਥੇ ਪਹਿਲਾਂ ਹੀ ਆ ਜਿਹੜਾ ਉਸਦਾ ਰਾਹ ਤਿਆਰ ਕਰ ਰਿਹਾ, ਜਿਹੜਾ ਪਹਿਲਾਂ ਹੀ ਉਸਦਾ ਰਾਹ ਤਿਆਰ ਕਰ ਰਿਹਾ, ਜਿਹੜਾ ਲੋਕਾਂ ਦੇ ਦਿਲਾਂ ਦੇ ਵਿੱਚ ਪਾ ਰਿਹਾ। ਔਰ ਉਹ ਜਿਸ ਵੇਲੇ ਆਇਆ ਤਾਂ ਉਸਦੇ ਇੱਕ ਖਤਰਨਾਕ ਜ਼ਖਮ, ਲੇਕਿਨ ਲੱਗਣ ਤੇ ਵੀ ਉਹ ਜਿਉਂਦਾ ਰਿਹਾ, ਯਾਨੀ ਕਿ ਬਿਲਕੁਲ ਪ੍ਰਭੂ ਯਿਸੂ ਮਸੀਹ ਦੀ ਕਾਪੀ, ਟਰੂਲੀ ਉਸਦੀ ਕਾਪੀ। ਔਰ ਫਿਰ ਇੱਕ ਹੋਰ ਆਇਆ ਜੋ ਵੱਡੇ ਵੱਡੇ ਚਮਤਕਾਰ ਕਰਦਾ ਸੀ, ਜੋ ਵੱਡੇ ਵੱਡੇ ਚਮਤਕਾਰ ਕਰਦਾ ਸੀ। ਔਰ ਉਸਨੇ ਇੱਕ ਬੁੱਤ ਖੜਾ ਕਰਨ ਦੇ ਲਈ ਕਿਹਾ, ਔਰ ਫਿਰ ਉਸਨੇ ਉਸ ਬੁੱਤ ਦੇ ਵਿੱਚ ਪ੍ਰਾਣ ਪਾ ਦਿੱਤੇ। ਔਰ ਉਹ ਬੁੱਤ ਬੋਲਦਾ ਸੀ, ਬਿਲਕੁਲ ਅਦਨ ਦੇ ਬਾਗ ਦੇ ਵਾਂਗ। ਹੁਣ ਮੈਨੂੰ ਇਹ ਦੱਸੋ ਕਿ ਜੇ ਸਾਡਾ ਧਿਆਨ ਸਿਰਫ ਤੇ ਸਿਰਫ ਚਮਤਕਾਰਾਂ ਵੱਲ ਹੋਵੇ ਔਰ ਸਾਨੂੰ ਪ੍ਰਭੂ ਦੇ ਵਚਨ ਚੋਂ ਇਹ ਚੀਜ਼ ਨਾ ਪਤਾ ਹੋਵੇ, ਅਸੀਂ ਵਚਨ ਨਾ ਪੜ੍ਹਿਆ ਹੋਵੇ, ਅਸੀਂ ਸਿਰਫ ਚਿੰਨ੍ਹਾਂ ਚਮਤਕਾਰਾਂ ਦੇ ਪਿੱਛੇ ਦੌੜਦੇ ਹੋਈਏ, ਤਾਂ ਇਸ ਤੋਂ ਵੱਡੇ ਚਿੰਨ੍ਹ ਚਮਤਕਾਰ ਤਾਂ ਕੋਈ ਨਹੀਂ ਕਰ ਸਕਦਾ। ਇਸ ਤੋਂ ਵੱਡੇ ਕੋਈ ਕਰ ਸਕਦਾ? ਕੋਈ ਨਹੀਂ ਕਰ ਸਕਦਾ। ਸਾਰੇ ਉਹ ਚਿੰਨ੍ਹ, ਅਲਾਇਜਾ ਨੇ ਵੀ ਉਤੋਂ ਅੱਗ ਮੰਗਾਈ ਸੀ, ਉਸਨੇ ਵੀ ਉਤੋਂ ਅੱਗ ਮੰਗਾਈ, ਉਹਨੇ ਵੀ ਸਵਰਗ ਤੋਂ ਅੱਗ ਮੰਗਾ ਲਈ, ਜਿੱਥੋਂ ਵੀ ਮੰਗਾਈ ਅੱਗ ਮੰਗਾ ਲਈ।
ਉਹ ਸਾਰੇ ਲੋਕਾਂ ਦੇ ਸਾਹਮਣੇ ਕਰਕੇ ਦਿਖਾ ਦਿੱਤਾ। ਔਰ ਉਹ ਇੱਥੇ ਇਹ ਦਿਖਾ ਰਿਹਾ ਕਿ ਭਵਿੱਖਬਾਣੀਆਂ ਪੂਰੀਆਂ ਹੁੰਦੀਆਂ ਪਈਆਂ, ਔਰ ਇਹ ਉਹ ਸਾਰੀਆਂ ਭਵਿੱਖਬਾਣੀਆਂ ਉਹ ਜਿਸ ਦਾ ਉਹਨੇ ਬੁੱਤ ਬਣਾਇਆ ਉਹਦੇ ਵਿੱਚ ਪੂਰੀਆਂ ਹੁੰਦੀਆਂ ਪਈਆਂ। ਔਰ ਉਹ ਇਹ ਅਪਣਾਉਣ ਦੇ ਲਈ ਮਜਬੂਰ ਕਰਦਾ ਸੀ, ਜੋ ਨਹੀਂ ਲੈਂਦਾ ਸੀ ਉਸ ਨੂੰ ਲੈਣ ਦੇਣ ਨਹੀਂ ਕੀਤਾ ਜਾਂਦਾ ਸੀ। ਇਸ ਦਾ ਮਤਲਬ ਕਿ ਉਸਨੇ ਪੂਰੀ ਗਵਰਨਮੈਂਟ ਦੇ ਉੱਤੇ ਕਬਜ਼ਾ ਕਰ ਲਿਆ ਸੀ, ਪੂਰੀ ਗਵਰਨਮੈਂਟ ਦੇ ਉੱਤੇ ਕਬਜ਼ਾ ਕਰ ਲਿਆ ਸੀ। ਤਾਂ ਪ੍ਰਭੂ ਦਾ ਵਚਨ ਇੱਥੇ ਕੀ ਕਹਿੰਦਾ ਪਿਆ ਵਿਸ਼ਵਾਸੀਆਂ ਦੇ ਲਈ? ਕੀ ਕਹਿੰਦਾ ਪਿਆ? ਉਹ ਕਹਿੰਦਾ ਇਹ ਵਿਸ਼ਵਾਸ ਕਰਨ ਦਾ ਮੌਕਾ ਹੋਏਗਾ, ਇਹ ਆਪਣਾ ਵਿਸ਼ਵਾਸ ਨੂੰ ਸੰਭਾਲਣ ਦਾ ਮੌਕਾ ਹੋਏਗਾ। ਜਿਹਨੇ ਮਰਨਾ ਉਹਨੇ ਮਰਨਾ ਹੈ, ਜਿਹਨੇ ਤਲਵਾਰ ਨਾਲ ਮਰਨਾ ਉਹਨੇ ਤਲਵਾਰ ਨਾਲ ਹੀ ਮਰਨਾ, ਜਿਸ ਨੇ ਕੈਦ ਦੇ ਵਿੱਚ ਜਾਣਾ ਉਸਨੂੰ ਕੈਦ ਦੇ ਵਿੱਚ ਹੀ ਸੁੱਟਿਆ ਜਾਣਾ। ਪਰ ਇਸ ਸਮੇਂ ਦੇ ਵਿੱਚ ਤੁਹਾਡਾ ਜਿਹੜਾ ਵਿਸ਼ਵਾਸ ਉਹ ਤਾਇਆ ਜਾਏਗਾ। ਕੀ ਹਾਲ ਹੋਏਗਾ ਉਸ ਸਮੇਂ ਦੇ ਵਿੱਚ ਜਿਸ ਵੇਲੇ ਲੋਕ ਇਸ ਦੇ ਵਿੱਚ ਦੀ ਲੰਘਣਗੇ? ਇਸ ਕਰਕੇ ਸਾਨੂੰ ਪ੍ਰਭੂ ਨੇ ਜਿੱਥੇ ਅਸੀਂ ਹੈਗੇ ਆ ਉੱਥੋਂ ਹੀ ਪ੍ਰਭੂ ਨੇ ਤਾੜਨਾ ਸਾਨੂੰ ਵੀ ਦਿੱਤੀ ਹੈ ਤੇ ਉਹਨਾਂ ਲੋਕਾਂ ਨੂੰ ਵੀ ਦਿੱਤੀ ਸੀ। ਔਰ ਤੁਸੀਂ ਦੇਖੋ ਕਿ ਉਹ ਪਸ਼ੂ ਜਿਹੜਾ ਵੱਡੇ ਵੱਡੇ ਕੰਮ ਕਰਦਾ, ਚਿੰਨ ਚਮਤਕਾਰ ਕਰਦਾ, ਚਿੰਨ ਚਮਤਕਾਰ ਕਰਕੇ ਜਿਸ ਤਰ੍ਹਾਂ ਉਸਨੇ ਕਿਹਾ ਸੀ, ਜੋ ਉਸਨੇ ਕਿਹਾ ਉਹ ਪੂਰਾ ਹੁੰਦਾ ਪਿਆ। ਔਰ ਫਿਰ ਉਹ ਕਹਿ ਰਿਹਾ ਕਿ ਇਸ ਬੁੱਤ ਦੀ ਉਪਾਸਨਾ ਕਰੋ। ਇਹ ਜਿਸ ਦਾ ਜਿਹੜਾ ਪਹਿਲਾ ਪਸ਼ੂ ਹੈ, ਜਿਹੜਾ ਪਹਿਲਾ ਜਨ ਜਿਹੜਾ ਬਣਾਇਆ ਉਸਨੇ, ਇਹਦੀ ਉਪਾਸਨਾ ਕਰੋ। ਉਹਦੇ ਸਿਰ ਤੇ ਕੋਈ ਸਿੰਘ ਨਹੀਂ ਹੋਣੇ। ਸਿੰਘ ਦਾ ਮਤਲਬ ਅਥਾਰਟੀ। ਇੰਨੀਆਂ ਅਥਾਰਟੀਆਂ ਉਹਦੇ ਹੱਥਾਂ ਦੇ ਵਿੱਚ ਹਨ ਧਰਤੀ ਦੀਆਂ। ਔਰ ਫਿਰ ਉਹਨੇ ਕਹਿਣਾ ਕਿ ਹੁਣ ਇਸ ਦੀ ਉਪਾਸਨਾ ਕਰੋ, ਪਰ ਜੋ ਨਹੀਂ ਕਰੇਗਾ ਉਸ ਦੀ ਉਸਨੇ ਸਜ਼ਾ ਰੱਖੀ ਕਿ ਉਹ ਧਰਤੀ ਤੇ ਲੈਣ ਦੇਣ ਨਹੀਂ ਕਰ ਸਕੇਗਾ। ਪਰ ਜੇ ਸਾਡਾ ਜਿਹੜਾ ਵਿਸ਼ਵਾਸ ਆ ਉਹ ਪ੍ਰਭੂ ਦੇ ਵਚਨ ਤੋਂ ਹਟ ਕੇ ਔਰ ਅਸੀਂ ਕਹਿਣ ਲੱਗ ਪਈਏ ਕਿ ਸਾਨੂੰ ਤਾਂ ਵਚਨ ਪੜ੍ਹਨ ਦੀ ਵੀ ਲੋੜ ਨਹੀਂ ਪੈਂਦੀ। ਬਹੁਤ ਸਾਰੇ ਤੁਸੀਂ ਇਸ ਸਮੇਂ ਦੇ ਵਿੱਚ ਮੈਂ ਇਸ ਤਰ੍ਹਾਂ ਦੀਆਂ ਚੀਜ਼ਾਂ ਸੁਣਦਾ ਪਿਆ ਔਰ ਮੈਂ ਆਪਣੇ ਕੰਨਾਂ ਤੇ ਵਿਸ਼ਵਾਸ ਨਹੀਂ ਕਰਦਾ ਕਿ ਸਾਨੂੰ ਤਾਂ ਜੀ ਵਚਨ ਪੜ੍ਹਨ ਦੀ ਵੀ ਲੋੜ ਨਹੀਂ ਹੈਗੀ। ਜੋ ਬਸ ਉਹ ਪਾਸਟਰ ਜੀ ਕਹਿ ਦਿੰਦੇ ਬਸ ਠੀਕ, ਬਹੁਤ ਪਹੁੰਚਿਓ। ਪਸ਼ੂ ਮਗਰ ਚੱਲਦੇ ਪਸ਼ੂ ਮਗਰ ਚੱਲਦੇ। ਸਾਡੇ ਕੋਲ ਉਹ ਵਚਨ ਆ ਜਿਹੜਾ ਪ੍ਰਭੂ ਦੀ ਅੱਗ ਦੇ ਵਿੱਚੋਂ ਆਇਆ ਹੈ। ਇਸੇ ਕਰਕੇ ਪ੍ਰਭੂ ਨੇ ਮਨਾ ਕੀਤਾ ਕਿ ਤੁਸੀਂ ਮੇਰਾ ਚਿਹਰਾ ਨਹੀਂ ਦੇਖਿਆ, ਇਸ ਕਰਕੇ ਮੇਰੇ ਚਿਹਰੇ ਤੇ ਤੁਸੀਂ ਕੋਈ ਚੀਜ਼ ਨਾ ਬਣਾਓ, ਤੁਸੀਂ ਸਿਰਫ ਮੇਰੀ ਆਵਾਜ਼ ਸੁਣੀ। ਔਰ ਇਸੇ ਤਰ੍ਹਾਂ ਤੁਹਾਡਾ ਅੰਤਕਰਨ ਮੇਰੀ ਆਵਾਜ਼ ਨੂੰ ਸੁਣੇਗਾ। ਮੇਰੀ ਆਵਾਜ਼ ਜੋ ਮੈਂ ਆਪਣੇ ਲੋਕਾਂ ਨੂੰ ਦਿੱਤੀ ਆ, ਜੋ ਉਹਨਾਂ ਨੇ ਸੁਣੀ, ਉਹਨਾਂ ਨੇ ਲਿਖੀ ਆ, ਤੁਸੀਂ ਉਸ ਦੇ ਉੱਤੇ ਧਿਆਨ ਦੇਣਾ। ਔਰ ਮੇਰੀਆਂ ਦਿੱਤੀਆਂ ਹੋਈਆਂ ਜਿਹੜੀਆਂ ਤੁਹਾਨੂੰ ਵਾਰਨਿੰਗਸ ਆ, ਜਿਹੜੀਆਂ ਵਿਧੀਆਂ ਦਿੱਤੀਆਂ, ਉਹਨਾਂ ਦੇ ਉੱਤੇ ਧਿਆਨ ਦੇਣਾ। ਸੋ ਅਸੀਂ ਦੇਖਿਆ ਕਿ ਇੱਕ ਜਿਹੜਾ ਪਹਿਲਾ ਸੀਗਾ ਉਹ ਇੱਕ ਇਨਸਾਨ ਆਇਆ, ਉਸਨੇ ਉਹ ਆਪਣੇ ਆਪ ਨੂੰ ਨਬੀ ਕਹਿੰਦਾ ਪਿਆ, ਜਿਸ 13ਵੇਂ ਭਾਗ ਦੇ ਵਿੱਚ ਸੀਗਾ ਕਿ ਤੁਹਾਡੇ ਵਿੱਚ ਕੋਈ ਨਬੀ ਜਾਂ ਸੁਪਨਾ ਦੇਖਣ ਵਾਲਾ ਕੋਈ ਦਾਅਵਾ ਕਰੇ ਔਰ ਆਪਣੇ ਦਾਅਵੇ ਨੂੰ ਪੂਰਾ ਵੀ ਕਰ ਦੇਵੇ, ਲੇਕਿਨ ਫਿਰ ਉਹ ਤੁਹਾਨੂੰ ਉਲਝਾਣਿਆਂ ਦੇ ਵਿੱਚ ਉਲਝਾਵੇ ਜਾਂ ਉਹ ਆਪ ਆਪਣੇ ਆਪ ਨੂੰ ਉੱਚਾ ਚੁੱਕੇ ਔਰ ਤੁਹਾਨੂੰ ਆਪਣੇ ਪਿੱਛੇ ਲਾਏ ਤਾਂ ਕੇਅਰਫੁਲ ਉਹ ਤੋਂ ਬਚ ਕੇ ਰਹਿਣਾ। ਦੂਸਰਾ, ਜੇ ਤੁਹਾਡੇ ਘਰ ਦੇ ਵਿੱਚ ਕੋਈ ਐਸਾ ਜੰਮਿਆ ਹੋਵੇ ਜਾਂ ਤੁਹਾਡਾ ਭਰਾ ਜਾਂ ਭੈਣ ਜਾਂ ਤੁਹਾਡੀ ਪਿਆਰੀ ਪਤਨੀ ਜਾਂ ਚਲੋ ਜੋ ਵੀ ਰਿਸ਼ਤਾ ਹੈ, ਅਗਰ ਉਹ ਵੀ ਤੁਹਾਨੂੰ ਇਸ ਤਰ੍ਹਾਂ ਕਹੇ ਕਿ ਆਓ ਅਸੀਂ ਇਸ ਰਸਤੇ ਤੇ ਚੱਲੀਏ, ਅਸੀਂ ਉਹਦੇ ਪਿੱਛੇ ਚੱਲੀਏ ਜਾਂ ਉਹਦੇ ਪਿੱਛੇ ਚੱਲੀਏ, ਤਾਂ ਆਪਣੇ ਆਪ ਨੂੰ ਬਚਾ ਕੇ ਰੱਖਣਾ, ਆਪਣੇ ਆਪ ਨੂੰ ਬਚਾ ਕੇ ਰੱਖਣਾ।
ਪ੍ਰਭੂ ਦਾ ਬਹੁਤ ਸ਼ੁਕਰ ਹੈ ਕਿ ਸਾਨੂੰ ਪ੍ਰਭੂ ਦਾ ਇਸ ਧਰਤੀ ਤੇ ਤੰਬੂ ਕਿਹਾ ਗਿਆ। ਪ੍ਰਭੂ ਨੂੰ ਹੱਥਾਂ ਦੇ ਬਣਾਈ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਸੀ। ਇੱਕ ਸਵਰਗ ਦੇ ਵਿੱਚ ਸੀ, ਸਵਰਗ ਦੇ ਵਿੱਚ ਜੋ ਹੈ ਸਾਰਾ ਕੁਝ ਉਸਦਾ ਮੰਦਿਰ ਹੈ, ਜਿੱਥੇ ਅਸੀਂ ਰਹਿਣਾ ਹੈ। ਉਹ ਸਾਰੀ ਬਿਲਡਿੰਗ, ਉਹ ਸਾਰਾ ਸਵਰਗ ਹੀ ਇੱਕ ਮੰਦਿਰ, ਉਹਦੇ ਵਿੱਚ ਕੋਈ ਮੰਦਿਰ ਹੋਰ ਹੈ ਨਹੀਂ, ਕੋਈ ਛੋਟਾ ਮੰਦਿਰ ਹੈ ਨਹੀਂ, ਸਾਰਾ ਸਵਰਗ ਹੀ ਮੰਦਿਰ। ਔਰ ਧਰਤੀ ਤੇ ਜਿਸ ਵੇਲੇ ਪ੍ਰਭੂ ਆਇਆ ਤੇ ਉਸ ਵੇਲੇ ਉਸ ਪਹਾੜ ਤੇ ਪ੍ਰਭੂ ਦਾ ਟੈਬਰਨੈਕਲ ਸੀ, ਤੰਬੂ ਸੀ, ਪਵਿੱਤਰ ਤੰਬੂ ਸੀ। ਜਦ ਹੀ ਉਹ ਮੂਸਾ ਨੂੰ ਕਹਿੰਦਾ ਸੀ ਕਿ ਜਿਸ ਤਰ੍ਹਾਂ ਤੂੰ ਪਹਾੜ ਤੇ ਦੇਖਿਆ ਸੀ ਉਸੇ ਤਰ੍ਹਾਂ ਬਣਾਇਆ, ਤੂੰ ਸੰਦੂਕ ਨੂੰ ਇਸ ਤਰ੍ਹਾਂ ਦਾ ਬਣਾਇਆ ਜਿਸ ਦੇ ਉੱਤੇ ਪ੍ਰਭੂ ਵਿਰਾਜਮਾਨ ਸੀ, ਤੂੰ ਇਸ ਨੂੰ ਇਸ ਤਰ੍ਹਾਂ ਦਾ ਬਣਾਇਆ। ਔਰ ਇੰਨੀ ਲੰਬਾਈ ਹੋਵੇ, ਇੰਨੀ ਚੜਾਈ ਹੋਵੇ, ਇੰਨੀ ਉਚਾਈ ਹੋਵੇ, ਇੱਥੇ ਤੂੰ ਸੋਨਾ ਲਾਉਣਾ, ਜਿਸ ਤਰ੍ਹਾਂ ਦਾ ਤੂੰ ਉੱਥੇ ਪਹਾੜ ਤੇ ਦੇਖਿਆ ਸੀ ਉਸੇ ਤਰ੍ਹਾਂ ਦਾ ਬਣਾਇਆ। ਸੋ ਉਹ ਟੈਬਰਨੈਕਲ ਜੋ ਧਰਤੀ ਤੇ ਉਤਰਿਆ, ਜੋ ਮੂਸਾ ਨੇ ਦੇਖਿਆ ਔਰ ਮੂਸਾ ਨੇ ਉਸੇ ਤਰ੍ਹਾਂ ਦਾ ਬਣਾਇਆ। ਹੁਣ ਉਹ ਟੈਬਰਨੈਕਲ ਜਿਹੜਾ ਆ, ਉਹ ਤੰਬੂ ਜਿਹੜਾ ਪਵਿੱਤਰ ਤੰਬੂ ਆ, ਉਹ ਸਾਨੂੰ ਕਿਹਾ ਗਿਆ। ਔਰ ਪ੍ਰਭੂ ਦਾ ਆਤਮਾ ਤੁਹਾਡੇ ਅੰਦਰ ਵਾਸ ਕਰਦਾ। ਸੋ ਇਹਨਾਂ ਚੀਜ਼ਾਂ ਤੋਂ ਬਚ ਕੇ ਰਹਿਣਾ। ਇਸ ਚੀਜ਼ ਨੂੰ ਹਮੇਸ਼ਾ ਖੋਜੋ ਕਿ ਪ੍ਰਭੂ ਤੂੰ ਮੈਨੂੰ ਕੀ ਦਿੱਤਾ ਹੈ, ਮੈਂ ਇਸ ਨੂੰ ਕਿੱਦਾਂ ਵਰਤਾਂ। ਮੈਂ ਵੀ ਤੇਰਾ ਤੰਬੂ ਹਾਂ, ਮੈਂ ਵੀ ਤੇਰਾ ਪਵਿੱਤਰ ਤੰਬੂ, ਇਸ ਨੂੰ ਹੁਣ ਮੈਂ ਕਿਸ ਤਰ੍ਹਾਂ ਵਰਤਾਂ। ਸੋ ਇਹ ਹੋ ਸਕਦਾ ਹੈ ਇਸ ਦੇ ਵਿੱਚ ਅਸੀਂ ਇਹ ਸਾਰੀਆਂ ਚੀਜ਼ਾਂ ਦੇਖਦੇ ਪਏ ਹਾਂ, ਪਹਿਲਾਂ ਛੋਟੇ ਲੈਵਲ ਤੇ, ਫਿਰ ਘਰ ਦੇ ਲੈਵਲ ਤੇ। ਹੁਣ ਅਸੀਂ ਦੇਖਣਾ ਤੇ ਜਿਸ ਵੇਲੇ ਇੱਕ ਹੋਰ ਵੱਡਾ ਲੈਵਲ ਆ, ਜਿਸ ਲਈ ਬਹੁਤ ਸਾਰੇ ਜਿੱਥੇ ਲੋਕ ਪਿੱਛੇ ਚੱਲ ਪਏ, ਯਾਨੀ ਕਿ ਇੱਕ ਪਾਸੇ ਪੂਰੀ ਦੀ ਪੂਰੀ ਭੀੜ ਤੁਰੀ ਹੋ, ਅਸੀਂ ਆਪਣੇ ਆਪ ਨੂੰ ਉਸ ਭੀੜ ਤੋਂ ਕਿੱਦਾਂ ਬਚਾਉਣਾ। ਜਿਸ ਲਈ ਅਗਰ ਪ੍ਰਭੂ ਨੇ ਸਾਨੂੰ ਦੱਸ ਦਿੱਤਾ ਕਿ ਇਟ ਇਜ਼ ਨਾਟ ਫਰਮ ਮੀ, ਤੇ ਅਸੀਂ ਉੱਥੋਂ ਆਪਣੇ ਆਪ ਨੂੰ ਕਿਸ ਤਰ੍ਹਾਂ ਬਚਾਉਣਾ। ਸੋ ਆਓ ਅਸੀਂ ਵਿਵਸਥਾ ਸਾਰ ਦਾ 13ਵਾਂ ਭਾਗ, ਉਸ ਦੀ 12 ਆਇਤ ਤੋਂ ਲੈ ਕੇ ਅਸੀਂ ਉਸ ਦੀ 18 ਆਇਤ ਤੱਕ ਦੇਖਦੇ। ਹਾਂਜੀ, ਮੈਂ ਪੜ੍ਹ ਦਿੰਦੀ ਹਾਂ। ਦੋ ਮਿੰਟ। ਇਸੇ ਤਰ੍ਹਾਂ ਜੇਕਰ ਤੁਸੀਂ ਸੁਣੋ ਕਿ ਪ੍ਰਭੂ ਪਰਮੇਸ਼ਵਰ ਦੇ ਤੁਹਾਨੂੰ ਰਹਿਣ ਲਈ ਦਿੱਤੇ ਸ਼ਹਿਰਾਂ ਵਿੱਚੋਂ ਕਿਸੇ ਇੱਕ ਸ਼ਹਿਰ ਵਿੱਚ ਤੁਹਾਡੇ ਵਿੱਚ ਕੁਝ ਅਧਰਮੀ ਮਨੁੱਖ ਰਹਿ ਰਹੇ ਹਨ, ਅਤੇ ਉਹ ਤੁਹਾਡੇ ਵਿੱਚੋਂ ਬਾਹਰ ਜਾ ਕੇ ਉਸ ਸ਼ਹਿਰ ਦੇ ਲੋਕਾਂ ਨੂੰ ਆਪਣੇ ਪਿੱਛੇ ਲਾ ਕੇ ਇਸ ਤਰ੍ਹਾਂ ਕਹਿੰਦੇ ਹਨ, ਆਓ ਜਾ ਕੇ ਦੂਜੇ ਦੇਵਤਿਆਂ ਦੀ ਪੂਜਾ ਕਰੀਏ, ਜਿਨ੍ਹਾਂ ਦੇਵਤਿਆਂ ਬਾਰੇ ਤੁਸੀਂ ਪਹਿਲਾਂ ਕੁਝ ਨਹੀਂ ਜਾਣਦੇ ਹੋ, ਤਦ ਤੁਸੀਂ ਇਸ ਸਾਰੇ ਮਾਮਲੇ ਦੀ ਜਾ ਕੇ ਚੰਗੀ ਤਰ੍ਹਾਂ ਨਾਲ ਜਾਂਚ ਕਰਨਾ। ਜੇਕਰ ਇਹ ਸੱਚ ਹੈ ਕਿ ਤੁਹਾਡੇ ਵਿਚਕਾਰ ਇੱਕ ਘਿਨਾਉਣੀ ਘਟਨਾ ਘਟੀ ਹੈ, ਤਾਂ ਤੁਸੀਂ ਉਸ ਸ਼ਹਿਰ ਦੇ ਸਭ ਰਹਿਣ ਵਾਲਿਆਂ ਅਤੇ ਸਭ ਉਸ ਵਿਚਲੇ ਮਾਲ ਡੰਗਰ ਸਮੇਤ ਤਲਵਾਰ ਦੇ ਨਾਲ ਖਤਮ ਕਰ ਦੇਣਾ। ਤੁਸੀਂ ਉਸ ਸ਼ਹਿਰ ਨੂੰ ਪੂਰੀ ਤਰ੍ਹਾਂ ਨਾਸ਼ ਕਰ ਦੇਣਾ। ਤੁਸੀਂ ਉਸ ਸ਼ਹਿਰ ਦੀ ਸਾਰੀ ਲੁੱਟ ਦਾ ਮਾਲ ਇੱਕ ਖੁੱਲੇ ਚੁਰਾਹੇ ਵਿੱਚ ਇਕੱਠਾ ਕਰ ਲੈਣਾ। ਫਿਰ ਤੁਸੀਂ ਉਸ ਸ਼ਹਿਰ ਅਤੇ ਇਸ ਲੁੱਟ ਦੇ ਮਾਲ ਨੂੰ ਅੱਗ ਨਾਲ ਪੂਰਾ ਸਾੜ ਕੇ ਹੋਮ ਦੀ ਭੇਂਟ ਦੇ ਤੌਰ ਤੇ ਪ੍ਰਭੂ ਆਪਣੇ ਪਰਮੇਸ਼ਵਰ ਦੇ ਅੱਗੇ ਚੜਾ ਦੇਣਾ। ਇਹ ਸ਼ਹਿਰ ਮਿੱਟੀ ਦਾ ਢੇਰ ਹੀ ਬਣਿਆ ਰਹੇ, ਇਸ ਦੀ ਕਦੇ ਵੀ ਉਸਾਰੀ ਨਾ ਕੀਤੀ ਜਾਵੇ। ਤੁਸੀਂ ਉਸ ਸ਼ਹਿਰ ਦੇ ਲੁੱਟ ਦੇ ਮਾਲ ਵਿੱਚੋਂ ਜਿਸ ਦਾ ਨਾਸ਼ ਹੋਣਾ ਜ਼ਰੂਰੀ ਹੈ, ਆਪਣੇ ਲਈ ਪਿੱਛੋਂ ਕੁਝ ਨਾ ਰੱਖਣਾ। ਤਦ ਪ੍ਰਭੂ ਆਪਣੇ ਭਿਅੰਕਰ ਕ੍ਰੋਧ ਨੂੰ ਤੁਹਾਡੇ ਤੇ ਨਹੀਂ ਆਉਣ ਦੇਵੇਗਾ, ਸਗੋਂ ਉਹ ਤੁਹਾਡੇ ਤੇ ਦਇਆ ਅਤੇ ਤਰਸ ਕਰੇਗਾ ਅਤੇ ਤੁਹਾਡੇ ਪੁਰਖਿਆਂ ਨਾਲ ਆਪਣੀ ਚੁੱਕੀ ਸਹੁੰ ਅਨੁਸਾਰ ਤੁਹਾਨੂੰ ਵਧਾਵੇਗਾ। ਇਸ ਅਸੀਸ ਪ੍ਰਾਪਤੀ ਦੇ ਲਈ ਇਹ ਵੀ ਜ਼ਰੂਰੀ ਹੈ ਕਿ ਤੁਸੀਂ ਪ੍ਰਭੂ ਆਪਣੇ ਪਰਮੇਸ਼ਵਰ ਦੀ ਆਵਾਜ਼ ਸੁਣੋ ਅਤੇ ਉਸ ਦੇ ਇਹਨਾਂ ਸਭ ਹੁਕਮਾਂ ਦੀ ਪਾਲਣਾ ਕਰੋ ਜੋ ਤੁਹਾਨੂੰ ਮੈਂ ਅੱਜ ਦੇ ਰਿਹਾ ਹਾਂ। ਨਾਲੇ ਤੁਸੀਂ ਉਹ ਸਭ ਕਰੋ ਜੋ ਪ੍ਰਭੂ ਤੁਹਾਡੇ ਪਰਮੇਸ਼ਵਰ ਦੇ ਸਾਹਮਣੇ ਭਲਾ ਹੈ। ਆਮੀਨ। ਸੋ ਹੁਣ ਅਸੀਂ ਇਹ ਦੇਖਦੇ ਪਏ ਹਾਂ ਕਿ ਪਹਿਲਾਂ ਇੱਕ ਨਵੀਂ ਸ਼ਹਿਰ ਦੇ ਵਿੱਚ ਆਇਆ ਆ, ਉਹ ਲੋਕਾਂ ਨੂੰ ਭਟਕਾਉਣ ਦੀ ਕੋਸ਼ਿਸ਼ ਕਰ ਰਿਹਾ। ਫਿਰ ਅਸੀਂ ਦੇਖਿਆ ਕਿ ਇੱਕ ਘਰ ਦੇ ਵਿੱਚ ਹੀ ਕੋਈ ਐਸਾ ਜੰਮਿਆ ਜਿਹੜਾ ਸਾਨੂੰ ਭਟਕਾਉਣ ਦੀ ਕੋਸ਼ਿਸ਼ ਕਰਦਾ ਪਿਆ। ਹੁਣ ਇੱਕ ਸ਼ਹਿਰ ਦਾ ਸ਼ਹਿਰ ਹੀ ਚੱਲ ਪਿਆ ਉਸ ਰਸਤੇ ਦੇ ਉੱਤੇ, ਪੂਰੇ ਦਾ ਪੂਰਾ ਸ਼ਹਿਰ ਹੀ ਉਸ ਰਸਤੇ ਦੇ ਵਿੱਚ ਚੱਲ ਪਿਆ, ਔਰ ਉਹ ਨਾਲ ਦੇ ਸ਼ਹਿਰਾਂ ਨੂੰ ਆਪਣੇ ਨਾਲ ਰਲਾਉਣ ਦੀ ਕੋਸ਼ਿਸ਼ ਕਰਦਾ ਪਿਆ। ਅਗਰ ਤੁਹਾਨੂੰ ਇਹ ਪਤਾ ਲੱਗ ਜਾਏ
ਅਗਰ ਤੁਹਾਨੂੰ ਇਸ ਚੀਜ਼ ਦਾ ਪਤਾ ਲੱਗ ਜਾਏ ਕਿ ਇਹ ਚੀਜ਼ ਹੋ ਰਹੀ ਆ ਔਰ ਇਸ ਤਰ੍ਹਾਂ ਦਾ ਕੁਕਰਮ ਹੋ ਰਿਹਾ, ਤੇ ਪਹਿਲਾਂ ਚੰਗੀ ਤਰ੍ਹਾਂ ਜਾ ਕੇ ਉਸ ਸਾਰੀ ਚੀਜ਼ ਦਾ ਪਤਾ, ਕਹਿਣ ਦਾ ਕੀ ਮਤਲਬ ਕਿ ਪ੍ਰਭੂ ਸਾਨੂੰ ਪਰਖਣ ਦੇ ਲਈ ਕਹਿ ਰਿਹਾ, ਹਰ ਇੱਕ ਚੀਜ਼ ਨੂੰ ਪਰਖੋ ਤੇ ਦੇਖੋ ਕਿ ਪ੍ਰਭੂ ਵੱਲੋਂ ਹੈ ਵੀ ਕਿ ਨਹੀਂ। ਇਹ ਪ੍ਰਭੂ ਦੇ ਵਚਨ ਦੇ ਨਾਲ ਇਹ ਚੀਜ਼ਾਂ ਮੇਲ ਵੀ ਖਾਂਦੀਆਂ ਕਿ ਨਹੀਂ। ਇਹ ਇਸ ਤਰ੍ਹਾਂ ਤਾਂ ਨਹੀਂ ਕਿ ਇਹ ਜਿਹੜੀ ਇੱਕ ਆਇਤ ਇਸਨੇ ਇੱਕ ਆਇਤ ਨੂੰ ਫੜ ਲਿਆ ਹੈਗਾ ਤੇ ਕੀ ਉਹ ਸਾਰੀ ਦੀ ਜਿਹੜੀ ਸਾਰੀ ਆਇਤ ਆ ਉਸ ਚੈਪਟਰ ਦੇ ਵਿੱਚ ਵੀ ਸੱਚੀ ਆ, ਉਸ ਬੁੱਕ ਦੇ ਵਿੱਚ ਵੀ ਸੱਚੀ ਹੈ ਔਰ ਪੂਰੀ ਬਾਈਬਲ ਦੇ ਵਿੱਚ ਵੀ ਸੱਚੀ ਹੈ ਕਿ ਨਹੀਂ। ਇਹਨਾਂ ਸਾਰੀਆਂ ਚੀਜ਼ਾਂ ਦਾ ਪਤਾ ਕਰੋ, ਪਰਖੋ, ਉਹਨਾਂ ਨੂੰ ਜਾ ਕੇ ਸੁਣੋ ਕੀ ਕਹਿੰਦੇ। ਲੇਕਿਨ ਫਿਰ ਉਸਨੇ ਕਿਹਾ ਕਿ ਇਹ ਭਲਾ ਆ ਕਿ ਤੁਹਾਡੇ ਇਹ ਸਾਰੀ ਕੌਮ ਦੇ ਵਿੱਚ ਔਰ ਕਬੀਲਿਆਂ ਦੇ ਵਿੱਚ ਫੈਲ ਜਾਵੇ ਇਹ ਚੀਜ਼, ਉਸ ਬਿਮਾਰੀ ਨੂੰ ਉੱਥੇ ਹੀ ਖਤਮ ਕਰ ਦੇ। ਸਾਡੇ ਲਈ ਇਹ ਕਿਸ ਤਰ੍ਹਾਂ ਇੰਪੋਰਟੈਂਟ ਆ। ਅੱਜ ਅਸੀਂ ਦੇਖਦੇ ਪਏ ਹਾਂ ਕਿ ਇਸ ਤਰ੍ਹਾਂ ਦੇ ਰੌਲਾ ਰੱਪਾ ਜਿਹੜਾ ਆ ਉਹ ਚਰਚ ਤਾਂ ਕੀ ਉਹ ਪੂਰੇ ਦਾ ਪੂਰਾ ਜਿਹੜੇ ਸਟੇਡੀਅਮ ਭਰ ਦਿੰਦੇ ਹੋ ਔਰ ਉੱਥੇ ਲੋਕ ਕਮਲੇ ਹੋਏ ਪਏ। ਸਭ ਤੋਂ ਅਜੀਬ ਚੀਜ਼ ਜਿਹੜੀ ਦੇਖਣ ਵਾਲੀ ਹੁੰਦੀ ਹੈ ਕਿ ਉੱਥੇ ਹਮੇਸ਼ਾ ਜਿਹੜੇ ਲਾਈਨ ਦੇ ਵਿੱਚ ਲੋਕ ਲੱਗੇ ਹੁੰਦੇ ਨੇ ਉਹ ਮਸੀਹੀ ਹੁੰਦੇ, ਉਹ ਮਸੀਹੀ ਹੁੰਦੇ। ਈਵਨ ਸਾਡੇ ਜਿਹੜੇ ਗੈਰ ਮਸੀਹੀ ਭੈਣ ਭਰਾ ਆ ਜਿਹੜੇ ਮਸੀਹ ਦੇ ਵਿੱਚ ਹਾਲੇ ਹੈ ਨਹੀਂ, ਉਹ ਵੀ ਪ੍ਰਭੂ ਦੀ ਇੱਛਾ ਨੂੰ ਮੰਨਦੇ ਆ ਕਿ ਇਹ ਮੇਰੇ ਤੇ ਸਮਾਂ ਆਇਆ ਹੈ, ਪ੍ਰਭੂ ਦੀ ਇੱਛਾ, ਮੇਰੀ ਕਿਸਮਤ ਹੋਏਗੀ, ਇਹ ਆ ਹੋਏਗਾ, ਲੇਕਿਨ ਮੈਂ ਏਦਾਂ ਦੇ ਰਸਤਿਆਂ ਤੇ ਨਹੀਂ ਤੁਰਨਾ। ਉਹ ਵੀ ਇਹ ਕਹਿ ਦਿੰਦੇ। ਔਰ ਉਸ ਤੋਂ ਬਾਅਦ ਉਸਦੀਆਂ ਕਿਤਾਬਾਂ ਆ ਰਹੀਆਂ, ਲੋਕ ਉਹ ਕਰਦੇ ਪਏ ਆ, ਫਿਰ ਉਹਦੇ ਸੈਸ਼ਨ ਚੱਲਦੇ ਪਏ ਜਾਂਦੇ ਪਏ। It's become so caustic these days ਕਿ ਜਿਹੜਾ ਇਸ ਵੇਲੇ ਜਿਹੜਾ ਸਮਾਂ ਆ ਉਹ ਇਹ ਹੈਗਾ ਕਿ ਆਪਣੇ ਆਪ ਨੂੰ ਬਚਾਉਣਾ। ਇਹ ਇੰਨਾ ਗੰਦਲਾ ਹੋ ਚੁੱਕਾ ਹੈ। ਅਗਰ ਅਸੀਂ ਧਿਆਨ ਦੇ ਨਾਲ ਦੇਖੀਏ ਤਾਂ ਇਹਦੇ ਵਿੱਚੋਂ ਇਹ ਨਹੀਂ ਹੈਗਾ ਕਿ ਅਸੀਂ ਹੁਣ ਉਸ ਚੀਜ਼ ਨੂੰ ਖਤਮ ਕਰਨਾ। ਅਸੀਂ ਉਸ ਜ਼ਮਾਨੇ ਦੇ ਵਿੱਚ ਰਹਿ ਰਹੇ ਹਾਂ ਜਿੱਥੇ ਅਸੀਂ ਆਪਣੇ ਆਪ ਨੂੰ ਬਚਾਉਣਾ, ਕਿਉਂਕਿ ਅਸੀਂ ਜਿਹੜਾ ਲੋਕ ਆ, ਸਾਨੂੰ ਪ੍ਰਭੂ ਦਾ ਵਚਨ ਦਿੱਤਾ ਗਿਆ, ਉਹ ਵਚਨ ਦੇਹਧਾਰੀ ਹੋਇਆ, ਔਰ ਜਿਸ ਲਈ ਉਹ ਵਚਨ ਦੇਹਧਾਰੀ ਹੋਇਆ ਉਹ ਸਾਡੇ ਵਿੱਚ ਰਿਹਾ, ਔਰ ਉਸਨੇ ਸਾਨੂੰ ਪਰਮੇਸ਼ਵਰ ਦੀ ਸੰਤਾਨ ਹੋਣ ਦਾ ਅਧਿਕਾਰ ਦਿੱਤਾ। ਪ੍ਰਭੂ ਯਿਸੂ ਮਸੀਹ ਨੇ ਕਿਹਾ, ਮੇਰਾ ਸ਼ਬਦ ਹੀ ਉਹ ਬੀਜ ਆ ਜਿਹੜਾ ਤੁਹਾਡੇ ਅੰਦਰ ਬੀਜਿਆ ਗਿਆ, ਜਿਹੜਾ ਫਲ ਲੈ ਕੇ ਆਉਂਦਾ। ਸੋ ਪ੍ਰਭੂ ਦਾ ਸ਼ਬਦ ਆ, ਔਰ ਇਸੇ ਕਰਕੇ ਪ੍ਰਭੂ ਨੇ ਇਹ ਕਿਹਾ ਸੀ ਕਿ ਮੇਰੇ ਸ਼ਬਦ ਨੂੰ ਸੁਣਨਾ, ਦਸ ਦਾ ਲੋੜ ਇਸ ਚੀਜ਼ ਨੂੰ ਸੁਣਨਾ। ਔਰ ਕੱਲ ਅਸੀਂ ਇਹ ਵੀ ਚੀਜ਼ ਦੇਖੀ ਸੀ ਕਿ ਸਭ ਤੋਂ ਸੌਖਾ ਫੜਨਾ ਕਿਸ ਤਰ੍ਹਾਂ ਕਾਬੂ ਆਉਂਦੀ ਇਹ ਚੀਜ਼ ਕਿ ਇੱਥੇ ਕੁਝ ਗਲਤ ਹੋ ਰਿਹਾ ਜਾਂ ਠੀਕ ਹੋ ਰਿਹਾ, ਤਾਂ ਤੁਸੀਂ ਹਮੇਸ਼ਾ ਦੇਖੋਗੇ ਕਿ ਜਿਹੜਾ ਸਟੇਜ ਤੇ ਖੜਾ ਬੰਦਾ ਆ ਉਹਨੇ ਆਪਣੇ ਮੈਂ ਜਿਹੜਾ ਸ਼ਬਦ ਆ ਉਹ ਬਹੁਤ ਜ਼ਿਆਦਾ ਵਰਤ ਰਿਹਾ ਹੁੰਦਾ। ਮੈਂ ਪਵਿੱਤਰ ਆਤਮਾ ਯਿਸੂ ਮਸੀਹ ਦਾ ਨਾਮ ਨਹੀਂ ਉੱਥੇ ਹੋਏਗਾ। ਪਵਿੱਤਰ ਆਤਮਾ ਕੋਈ ਨਾਮ ਨਹੀਂ, it's a ruach. It means breath of God. ਪ੍ਰਭੂ ਦਾ ਸਾਹ ਜੋ ਸਾਡੇ ਨਾਲ ਚੱਲਦਾ, ਜਿਹਦੇ ਵਿੱਚ ਜ਼ਿੰਦਗੀ, ਰੂਹ, ਉਸ ਦਾ ਸਾਹ। ਨਾਮ ਜਿਹੜਾ ਸਾਨੂੰ ਦਿੱਤਾ ਗਿਆ ਉਹ ਯਿਸੂ ਮਸੀਹ ਦਾ। ਸੋ ਇਹ ਦੋ ਚੀਜ਼ਾਂ ਤੁਸੀਂ ਹਮੇਸ਼ਾ ਬਹੁਤ ਦੇਖੋਗੇ, ਔਰ ਉੱਥੋਂ ਹੀ ਫੜਨ ਦਾ ਤੁਹਾਨੂੰ ਆਪਣੇ ਲਈ ਕੇਅਰਫੁਲ ਹੋਣ ਦਾ ਮੌਕਾ ਮਿਲਦਾ। ਅਸੀਂ ਕਿਸੇ ਨੂੰ ਨਹੀਂ ਸਮਝਾ ਸਕਦੇ ਇਸ ਸਮੇਂ ਦੇ ਵਿੱਚ,
ਕਿਉਂਕਿ ਅਸੀਂ ਉਸ ਸਮੇਂ ਦੇ ਵਿੱਚ ਹੁਣ ਪੈਰ ਰੱਖ ਚੁੱਕੇ ਹਾਂ। ਅਸੀਂ ਹੁਣ ਉਸ ਸਮੇਂ ਦੇ ਵਿੱਚ ਅੱਗੇ ਜਾਣਾ ਸ਼ੁਰੂ ਕਰ ਦਿੱਤਾ। ਪ੍ਰਭੂ ਯਿਸੂ ਮਸੀਹ ਨੇ ਵੀ ਸਾਨੂੰ ਇਸ ਦੇ ਬਾਰੇ ਮੇਰੇ ਨਾਲ ਮੱਤੀ ਦੇ ਵਿੱਚ ਆ ਜਾਓ, ਸੰਤ ਮੱਤੀ ਦੀ 24ਵਾਂ ਪਾਠ, और प्रभु यसु मसीह इत्थे देखिया तो अगर 23वें भाव दे विच देखिए तो जिहड़ी चीज चलती पई आ वो मेन चीज ये है कि प्रभु यसु मसीह ने मंदिर नूं साफ किया आ। जिहड़े हुण उत्थे दे जिहड़े सारे जिन्ने भी हैगे आ, चाहे वो फरीसी आ, चाहे सदूकी आ, चाहे धर्म ग्रंथी आ, सारे पढ़ के पाए। मंदिर जिहड़ा सीगा वो फरीसियां दे हत्थ दे विच सी। मंदिर दे आले दुआले जिहड़ियां दुकानां लगियां सी उहदी कमाई उहनां नूं आउंदी सी और उस कमाई तो उहनां दा काफी उहनां दे कोल काफी उस समय दे विच फरीसियां तो ज्यादा धनी कोई नहीं सी, बहुत धनी लोग सी। और वो असीं ऑलरेडी देखिया, उन्होंने दस्सिया कि किस तरह ये गरीबां दा विधवावां दे घरां नूं हड़प जांदे और वो सारियां चीज़ां असीं उन्हां दियां पढ़ के हटे हैं। लेकिन हुण चेलियां ने सारियां वो चीज़ां देखियां कि प्रभु यसु मसीह ने फरीसियां दा भी मूँह बंद कर दिता, प्रभु यसु मसीह ने सदूकियां दा भी मूँह बंद कर दिता और फिर रह गए धर्म दे ग्रंथी जेड़े यसु नूं फा सकदे सी। सो उन्होंने भी जिसले प्रभु यसु मसीह ने पूछा कि सब तो जी बड़ी तू 10 कमैंडमेंट्स दित्तियां गईयां, इन्हां चों सब तो बड़ी केड़ी है? प्रभु यसु मसीह ने थल्लियां 5 लईयां, उन्हां दी एक बनाती, उतलियां 5 लईयां, उन्हां दी एक बनाती। तू अपने प्रभु परमेश्वर नूं अपनी सारी जान, अपने माल और अपनी जान तो ज्यादा प्यार कर। और दूसरी थल्लियां 5 लईयां आयतां, 5 कमैंडमेंट्स लईयां, दूसरी फटी दियां 5 कमैंडमेंट्स लईयां और कहता कि अपने गुआंढी नूं अपने वर्गा तो प्यार कर। जे मैं अपने गुआंढी दे नाल प्यार करदा हूंगा तो मैं झूठ भी नहीं बोलूंगा, मैं चोरी भी नहीं उत्थों करूंगा, मैं उसकी पत्नी दे नाल भी बुरा व्यवहार नहीं करूंगा, मैं ओदियां चीज़ां दा लालच भी नहीं करूंगा। पंजे पूरियां। और जे मैं प्रभु नूं अपनी जान, माल और सारियां चीज़ां तो ज्यादा प्यार करदा पिया तो फिर मैं सिर्फ ते सिर्फ अपने प्रभु की उपासना करूंगा। मैं कोई घड़ी चीज बना के वो मूहरे नहीं चुकूंगा। मैं प्रभु का अपमान इस तरह नहीं करूंगा कि जिदा किया जा रहा सी उन्होंने लोगों के विच। मैं तीसरी चीज मैं अपने प्रभु का जिहड़ा नाम है उस पवित्रता के नाल लाऊंगा। और चौथी चीज मैं उसका शब्द रखूंगा। और पंजवीं चीज जो प्रभु ने मैनू हुक्म दिता कि तू मैनू तो नहीं देखा पर अपने माँ बाप तो देखा ना, सो उन्होंने इज्जत कर। ठीक प्रभु ने दोवां हिस्सियां च इन्ने सोहने तरीके नाल उन्होंने वंड दिता कि उन्हां सारियां नूं सारियां चीज़ां दे जवाब मिल गए। हुण वो मंदिर दे विचों बाहर आ रहे और चेलियां नूं वो मंदिर दिखाई दे रहा, सुंदर मंदिर। और राजा हेरोदेस ने वो बनाया। हेरोदेस नूं इन्हां चीज़ां दे लई वो मन्निया परमन्निया सी। He was a very good constructor. Construction उसने इन्नी कीती सीगी ते उसने इस सारे इलाके नूं एक तरह का गोल्डन इलाका बनाता सी। और हुण असीं देखना कि जिसले प्रभु उस मंदिर तो बाहर आ रहे। 24वां भाव आओ उसदियां असीं पहलियां 14 आयतां देखिए। 24 उसदी 1 तो लैके 14 आयत। ये सुन ਜਦੋਂ ਯਿਸੂ ਮੰਦਰ ਤੋਂ ਨਿਕਲ ਕੇ ਜਾ ਰਹੇ ਸਨ ਤਾਂ ਉਹਨਾਂ ਦੇ ਚੇਲੇ ਉਹਨਾਂ ਦੇ ਕੋਲ ਆਏ ਕਿ ਉਹਨਾਂ ਨੂੰ ਮੰਦਰ ਦੀਆਂ ਇਮਾਰਤਾਂ ਦਿਖਾਉਣ। ਪਰ ਯਿਸੂ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਇਹ ਸਭ ਕੁਝ ਦੇਖ ਰਹੇ ਹੋ। ਹਾਂ, ਪਰ ਇੱਥੇ ਪੱਥਰ ਉੱਤੇ ਪੱਥਰ ਨਹੀਂ ਰਹਿ ਜਾਵੇਗਾ ਜੋ ਬਰਬਾਦ ਨਾ ਕੀਤਾ ਜਾਵੇਗਾ। ਦੁੱਖ ਅਤੇ ਤਸੀਹੇ। ਫਿਰ ਜਦੋਂ ਯਿਸੂ ਜੈਤੂਨ ਪਹਾੜ ਤੇ ਬੈਠ ਗਏ ਸਨ ਤਾਂ ਚੇਲੇ ਉਹਨਾਂ ਕੋਲ ਇਕਾਂਤ ਵਿੱਚ ਆਏ ਅਤੇ ਪੁੱਛਣ ਲੱਗੇ,
ਸਾਨੂੰ ਦੱਸੋ ਇਹ ਸਭ ਗੱਲਾਂ ਕਦੋਂ ਹੋਣਗੀਆਂ? ਤੁਹਾਡਾ ਦੂਜੀ ਵਾਰ ਆਉਣ ਦਾ ਅਤੇ ਇਸ ਯੁੱਗ ਦੇ ਅੰਤ ਦਾ ਕੀ ਨਿਸ਼ਾਨ ਹੋਵੇਗਾ? ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, ਸਾਵਧਾਨ ਰਹਿਣਾ, ਕੋਈ ਤੁਹਾਨੂੰ ਕੁਰਾਹੇ ਨਾ ਪਾ ਦੇਵੇ। ਬਹੁਤ ਸਾਰੇ ਲੋਕੀ ਮੇਰੇ ਨਾਂ ਉੱਤੇ ਆਉਣਗੇ ਅਤੇ ਕਹਿਣਗੇ, ਮੈਂ ਮਸੀਹ ਹਾਂ। ਉਹ ਬਹੁਤਿਆਂ ਨੂੰ ਕੁਰਾਹੇ ਪਾ ਦੇਣਗੇ। ਤੁਸੀਂ ਲੜਾਈਆਂ ਦੀਆਂ ਅਫਵਾਹਾਂ ਦੂਰੋਂ ਅਤੇ ਨੇੜਿਓਂ ਸੁਣੋਗੇ, ਪਰ ਸਾਵਧਾਨ ਰਹਿਣਾ, ਘਬਰਾਉਣਾ ਨਹੀਂ, ਕਿਉਂਕਿ ਇਹੋ ਜਿਹੀਆਂ ਗੱਲਾਂ ਦਾ ਹੋਣਾ ਜ਼ਰੂਰੀ ਹੈ, ਪਰ ਅੰਤ ਅਜੇ ਦੂਰ ਹੈ। ਕੌਮ ਕੌਮ ਦੇ ਵਿਰੁੱਧ ਖੜੀ ਹੋ ਜਾਵੇਗੀ ਅਤੇ ਰਾਜ ਰਾਜ ਉੱਤੇ ਚੜ੍ਹਾਈ ਕਰੇਗਾ। ਕਈ ਥਾਂ ਭੁਚਾਲ ਆਉਣਗੇ ਅਤੇ ਅਕਾਲ ਪੈਣਗੇ। ਇਹ ਸਭ ਗੱਲਾਂ ਤਾਂ ਦੁੱਖਾਂ ਦਾ ਸ਼ੁਰੂ ਹੀ ਹੋਣਗੀਆਂ। ਉਸ ਸਮੇਂ ਲੋਕੀ ਤੁਹਾਨੂੰ ਘੋਰ ਪੀੜਾ ਦੇ ਲਈ ਸੌਂਪ ਦੇਣਗੇ ਅਤੇ ਕਤਲ ਕਰ ਦੇਣਗੇ। ਸਭ ਕੌਮਾਂ ਤੁਹਾਨੂੰ ਮੇਰੇ ਨਾਂ ਦੇ ਕਾਰਨ ਘਿਰਨਾ ਕਰਨਗੀਆਂ। ਬਹੁਤ ਸਾਰੇ ਆਪਣੇ ਵਿਸ਼ਵਾਸ ਤੋਂ ਫਿਰ ਜਾਣਗੇ, ਫਿਰ ਦੂਜੇ ਨਾਲ ਵਿਸ਼ਵਾਸਘਾਤ ਕਰਨਗੇ ਅਤੇ ਇੱਕ ਦੂਜੇ ਨੂੰ ਘਿਰਨਾ ਕਰਨਗੇ। ਬਹੁਤ ਸਾਰੇ ਝੂਠੇ ਨਬੀ ਪੈਦਾ ਹੋਣਗੇ ਅਤੇ ਬਹੁਤਿਆਂ ਲੋਕਾਂ ਨੂੰ ਕੁਰਾਹੇ ਪਾ ਦੇਣਗੇ। ਬੇਨੇਮੀ ਇੱਥੋਂ ਤੱਕ ਵੱਧ ਜਾਵੇਗੀ ਕਿ ਬਹੁਤਿਆਂ ਦਾ ਪਿਆਰ ਠੰਡਾ ਪੈ ਜਾਵੇਗਾ, ਪਰ ਜੋ ਅੰਤ ਤੱਕ ਆਪਣੇ ਵਿਸ਼ਵਾਸ ਤੇ ਪੱਕਾ ਰਹੇਗਾ ਉਹ ਬਚਾਇਆ ਜਾਵੇਗਾ। ਪਰਮੇਸ਼ਵਰ ਦੇ ਰਾਜ ਦੇ ਸ਼ੁਭ ਸਮਾਚਾਰ ਦਾ ਪ੍ਰਚਾਰ ਸਭ ਮਾਨਵ ਜਾਤੀਆਂ ਦੇ ਸਾਹਮਣੇ ਗਵਾਹੀ ਦੇ ਤੌਰ ਤੇ ਸਾਰੇ ਸੰਸਾਰ ਵਿੱਚ ਕੀਤਾ ਜਾਵੇਗਾ ਅਤੇ ਅੰਤ ਆ ਜਾਵੇਗਾ। ਅੰਤ ਆ ਜਾਵੇਗਾ। ਔਰ ਅਸੀਂ ਹੁਣ ਉਸ ਸਮੇਂ ਦੇ ਵਿੱਚ ਬੈਠੇ ਕਿ ਜਿਹੜਾ ਪ੍ਰਭੂ ਦੇ ਸ਼ਬਦ ਦਾ ਜਿਹੜਾ ਪ੍ਰਚਾਰ ਹੈ ਸਾਰੀ ਦੁਨੀਆ ਦੇ ਵਿੱਚ ਕੀਤਾ ਜਾ ਚੁੱਕਾ ਹੈ। ਔਰ ਉਸ ਤੋਂ ਅਗਲੇ ਲੈਵਲ ਦੇ ਉੱਤੇ ਅਸੀਂ ਹੁਣ ਤੁਰਦੇ ਪਏ ਹਾਂ ਕਿ ਜਿੱਥੇ ਉਸਨੇ ਕਿਹਾ ਕਿ ਪਿਆਰ ਠੰਡਾ ਪੈ ਜਾਏਗਾ। ਤੁਹਾਡੇ ਆਪਣੇ ਤੁਹਾਨੂੰ ਮਰਵਾਉਣਗੇ, ਲੇਕਿਨ ਬਹੁਤ ਸਾਰੇ ਝੂਠੇ ਨਬੀ ਆਉਣਗੇ। ਬਹੁਤ ਸਾਰੇ ਇਹ ਆਪਣੇ ਆਪ ਨੂੰ ਛੋਟਾ ਮਸੀਹ ਕਹਿਣ ਵਰਗੇ ਆਉਣਗੇ। ਔਰ ਇਹਨਾਂ ਤੋਂ ਤੁਸੀਂ ਬਚ ਕੇ ਰਹਿਣਾ। ਪ੍ਰਭੂ ਯਿਸੂ ਮਸੀਹ ਨੇ ਸਾਨੂੰ ਉਹਨਾਂ ਨੂੰ ਮਾਰਨ ਦੇ ਲਈ ਤਾਂ ਨਹੀਂ ਕਿਹਾ, ਪਰ ਆਪਣੀ ਜਾਨ ਬਚਾਉਣ ਦੇ ਲਈ ਕਿਹਾ। ਆਪਣੀ ਜਾਨ ਬਚਾਉਣ ਦੇ ਲਈ ਕਿਹਾ। ਸਾਨੂੰ ਪਤਾ ਉਸ ਮੰਦਿਰ ਦੀ ਇੱਟ ਦੇ ਉੱਤੇ ਇੱਟ ਨੇ। ਇੱਕ ਕੰਧ ਜਿਹੜੀ ਖੜੀ ਆ ਜਿੱਥੇ ਸਾਨੂੰ ਜਾ ਕੇ ਦਿਖਾਉਂਦੇ ਆ ਉਹ ਕਿ ਇਹ ਮੰਦਿਰ ਦੀ ਕੰਧ ਉਹ ਮੰਦਿਰ ਦੀ ਕੰਧ ਨਹੀਂ, ਬਲਕਿ ਉਹ ਜਿਹੜਾ ਉੱਥੇ ਉੱਤੇ ਕੈਸਲ ਬਣਿਆ ਸੀਗਾ ਉਹਦੀ ਕੰਧ। ਰੋਮਨ ਜਿੱਥੇ ਵੀ ਰਾਜ ਕਰਦੇ ਸੀ ਉਹ ਇੱਕ ਉਹਨਾਂ ਦੇ ਜਿਹੜਾ ਡਿਜ਼ਾਈਨ ਇੱਕ ਹੁੰਦਾ ਸੀ ਉੱਥੇ ਕਿਲਾ ਬਣਾਉਣ ਦਾ। ਜਿੱਥੇ ਕਿਲੇਬੰਦੀ ਕਰਦੇ ਸੀ ਉਹਨਾਂ ਦਾ ਉਹੀ ਡਿਜ਼ਾਈਨ ਸੀ। ਔਰ ਉਦਾਂ ਦੀ ਕਿਲੇਬੰਦੀ ਕੀਤੀ ਉਹ ਤੁਹਾਨੂੰ ਅਫਰੀਕਾ ਤੱਕ ਮਿਲ ਜਾਏਗੀ। ਔਰ ਦੂਸਰੇ ਪਾਸੇ ਤੁਹਾਨੂੰ ਕਿਉਂਕਿ ਉਹਨਾਂ ਦਾ ਜਿਹੜਾ ਰਾਜ ਸੀ ਹਿੰਦੁਸਤਾਨ ਤੱਕ ਸੀ, ਤੁਹਾਨੂੰ ਅਫਗਾਨਿਸਤਾਨ ਦੇ ਵਿੱਚ ਵੀ ਉਦਾਂ ਦੇ ਕਿਲੇ ਮਿਲ ਜਾਣਗੇ ਜਿਹੜੇ ਬਣੇ ਸੀ। ਕਿਉਂਕਿ ਜਿਸ ਲਈ ਅਲੈਗਜ਼ੈਂਡਰ ਦਾ ਗ੍ਰੇਟ ਜਿਸ ਲਈ ਉਹ ਮਰ ਗਿਆ ਸੀ ਤਾਂ ਉਹ ਆਪਣੇ ਰਾਜ ਨੂੰ ਬੇਸਿਕਲੀ ਦਰਿਆ ਸਿੰਧ ਤੱਕ ਉਹ ਲੈ ਗਿਆ ਸੀ। ਉਹ ਦਰਿਆ ਸਿੰਧ ਤੋਂ ਜਿਸ ਲਈ ਉਹ ਮਰ ਗਿਆ ਤੇ ਜਿਹੜਾ ਉਹ ਰਾਜ ਦਾ ਜਿਹੜਾ ਹਿੱਸਾ ਸੀ ਉਹ ਨਿਕਟੋਰ ਫੈਮਿਲੀ ਦੇ ਹਿੱਸੇ ਆਇਆ ਸੀ। ਸੋ ਉਸ ਵੇਲੇ ਵੀ ਉਹਦੇ ਮਰਨ ਤੋਂ ਬਾਅਦ ਇਹ ਨਹੀਂ ਹੋਇਆ ਕਿ ਉਹ ਸਾਰੇ ਲੋਕ ਆਜ਼ਾਦ ਹੋ ਗਏ ਤੇ ਉਹ ਚੱਲ ਗਏ। ਨਹੀਂ, ਨਿਕਟੋਰ ਦੇ ਪਰਿਵਾਰਾਂ ਨੇ ਅਗਲੇ 400 ਸਾਲ ਉੱਥੇ ਰਾਜ ਕੀਤਾ, ਜਦ ਤੱਕ ਕਿ ਉਹ ਅਸੀਂ ਬਾਅਦ ਚ ਦੇਖਾਂਗੇ। ਲੇਕਿਨ ਦਿਸ ਇਜ਼ ਗੁੱਡ ਫॉर ਨਾउ। ਔਰ ਉਹੀ ਨਿਕਟੋਰ ਜਿਹੜਾ ਉੱਥੋਂ ਲੈ ਕੇ ਜਰੂਸਲਮ ਤੱਕ ਉਹਦਾ ਰਾਜ ਸੀ। ਔਰ ਰੋਮਨਸ ਦਾ ਰਾਜ ਸੀ ਉਹ ਵੀ, ਜਿਹਨਾਂ ਤੋਂ ਬਾਅਦ ਜਾ ਕੇ ਰੋਮਨਸ ਬਣੇ। ਉਹਨਾਂ ਦੇ ਕਿਲੇ ਦੇ ਡਿਜ਼ਾਈਨ ਸੇਮ ਜਿੱਥੇ ਮਰਜ਼ੀ ਚਲੇ। ਔਰ ਉਹਦੇ ਕਈ ਕਾਰਨ ਸੀ ਕਿ ਫੌਜ ਕਨਫਿਊਜ਼ ਨਾ ਹੋਵੇ। ਫੌਜ ਜਿੱਥੇ ਮਰਜ਼ੀ ਜਾਵੇ ਉਹਨਾਂ ਨੂੰ ਇੱਕੋ ਡਿਜ਼ਾਈਨ। ਸੋ ਉਹ ਜਿਹੜੀ ਜਗ੍ਹਾ ਆ ਜਿਹੜੀ ਉੱਤੇ ਜਾ ਕੇ ਸਾਨੂੰ ਉਹ ਦਿਖਾਉਂਦੇ ਆ ਜਿੱਥੇ ਉਹ ਜਾ ਕੇ ਪ੍ਰੇਅਰ ਪਾਉਂਦੇ ਹੈਗੇ ਆ, ਉਹ ਨਹੀਂ ਹੈ ਕਿਉਂਕਿ ਪਾਣੀ ਦਾ ਸੋਮਾ ਹੈ ਨਹੀਂ ਉੱਥੇ। ਪਾਣੀ ਦਾ ਸੋਮਾ 500 ਮੀਟਰ ਦੂਰ ਜਾ ਕੇ, ਔਰ ਪਾਣੀ ਦਾ ਸੋਮ ਜਿਹੜਾ ਸੀਗਾ ਉਹ ਮੰਦਿਰ ਦੇ ਅੰਦਰ ਫੁੱਟਦਾ ਸੀ, ਜਿੱਥੋਂ ਉਹ ਪ੍ਰੀਸਟ ਜਿਹੜੇ ਸੀ ਪਵਿੱਤਰ ਹੋ ਕੇ ਆਪਣੇ ਆਪ ਨੂੰ ਪਵਿੱਤਰ ਕਰਕੇ ਉਹ ਅੰਦਰ ਜਾਂਦੇ ਸੀ। ਸੋ ਉਹ ਜਿਹੜੀ ਜਗ੍ਹਾ ਆ ਉੱਥੇ ਇੱਟ ਦੇ ਉੱਤੇ ਇੱਟ ਹੈ ਨਹੀਂ। ਉੱਥੋਂ ਜਿਹੜੀਆਂ ਚੀਜ਼ਾਂ ਮਿਲਦੀਆਂ ਪਈਆਂ
ਉਹ ਬਿਲਕੁਲ ਅਲੱਗ ਆ, ਉਹ ਬਿਲਕੁਲ ਉਸ ਮੰਦਿਰ ਦੇ ਨਿਸ਼ਾਨਾਂ ਦੇ ਉੱਤੇ ਆ, ਉਹਦੇ ਤੌਰ ਤਰੀਕੇ ਦੇ ਉੱਤੇ ਉਹ ਸਾਰੀਆਂ ਚੀਜ਼ਾਂ ਉੱਥੋਂ ਮਿਲਦੀਆਂ ਪਈਆਂ, ਉਸਦੀ ਖੁਦਾਈ ਚੱਲਦੀ ਪਈ। ਮੈਂ ਕੀ ਕਹਿ ਰਿਹਾ? ਮੈਂ ਇਹ ਕਹਿ ਰਿਹਾ ਕਿ ਮੰਦਿਰ ਦੀ ਇੱਟ ਦੇ ਉੱਤੇ ਇੱਟ ਹੈ, ਜੋ ਕੰਧ ਹੈਗੀ ਆ ਤੇ ਪ੍ਰਭੂ ਯਿਸੂ ਮਸੀਹ ਝੂਠ ਬੋਲਦੇ, ਉਹ ਵਾਕਈ ਪੱਥਰ ਦੇ ਉੱਤੇ ਪੱਥਰ ਹੈ। ਉਹਨਾਂ ਨੇ ਸਭ ਕੁਝ ਨਾਸ਼ ਕਰ ਦਿੱਤਾ ਸੀ, ਔਰ ਪ੍ਰਭੂ ਯਿਸੂ ਮਸੀਹ ਨੇ ਵੀ ਸਾਨੂੰ ਉਹੀ ਦੁੱਖ ਤੇ ਤਸੀਹੇ ਦੱਸੇ ਜੋ ਅਸੀਂ ਪ੍ਰਕਾਸ਼ ਦੀ ਪੋਥੀ ਦੇ ਵਿੱਚ ਪੜ੍ਹੇ ਕਿ ਦੁੱਖ ਤੇ ਤਸੀਹਿਆਂ ਦੇ ਵਿੱਚ ਦੀ ਗੁਜ਼ਰਨਾ ਪਏਗਾ, ਝੂਠੇ ਨਬੀਆਂ ਦੇ ਵਿੱਚ ਦੀ ਗੁਜ਼ਰਨਾ ਪਏਗਾ, ਆਪਣੇ ਆਪ ਨੂੰ ਬਚਾ ਕੇ ਰੱਖਣਾ, ਆਪਣੇ ਵਿਸ਼ਵਾਸ ਨੂੰ ਬਚਾ ਕੇ ਰੱਖਣਾ। ਟਰੈਪ 4 ਚਫੇਰੇ ਆ, ਜਿੱਦਾਂ ਅਸੀਂ ਚੂਹਿਆਂ ਦੇ ਲਈ ਟਰੈਪ ਲਾਏ ਹੁੰਦੇ ਆ ਤੇ ਉਹਨਾਂ ਦੇ ਵਿੱਚ ਕੋਈ ਨਾ ਕੋਈ ਚੀਜ਼ ਫਸਾਈ ਹੁੰਦੀ ਆ, ਉਹ ਜਦੋਂ ਉਦਾਂ ਟਰੈਪ ਲਾ ਦਈਏ ਤੇ ਚੂਹੇ ਵੀ ਨਹੀਂ ਆਉਂਦੇ, ਉਹਨਾਂ ਨੂੰ ਵੀ ਕੋਈ ਚੀਜ਼ ਫਸਾ ਕੇ ਦੇਣੀ ਪੈਂਦੀ ਭਾਈ, ਉਹ ਵੀ ਕਿਸੇ ਲਾਲਚ ਨਾਲ ਹੁੰਦੇ। ਸੋ ਸਾਨੂੰ ਉਸ ਲੋਭ ਤੋਂ ਬਚਣਾ ਪੈਣਾ, ਇਹ ਦੇਖਣਾ ਪੈਣਾ ਕਿ ਇਹ ਜੋ ਲੱਗਾ ਹੈ ਕਿਤੇ ਇਹ ਖਿੜਕੀ ਤਾਂ ਨਹੀਂ ਫਸ ਜਿਹੜੀ ਜਿਹਦੇ ਵਿੱਚ ਅਸੀਂ ਫਸ ਜਾਂਦੇ। ਥੋੜਾ ਜਿਹਾ ਪਿੱਛੇ ਜਾਓ, ਥੋੜਾ ਜਿਹਾ ਸੁਣੋ, ਪੜ੍ਹੋ ਉਸ ਚੀਜ਼ ਦੇ ਬਾਰੇ, ਉਸ ਬੰਦੇ ਦੇ ਬਾਰੇ ਪੜ੍ਹੋ ਕਿ ਆਪਣੇ ਆਪ ਨੂੰ ਉੱਚਾ ਕਰਦਾ ਪਿਆ ਕਿ ਪ੍ਰਭੂ ਯਿਸੂ ਮਸੀਹ ਨੂੰ ਉੱਚਾ ਕਰਦਾ ਪਿਆ। ਠੀਕ, ਜਿਸ ਲਈ ਅਸੀਂ ਉਹ ਸਾਰੀਆਂ ਚੀਜ਼ਾਂ ਦੇਖਾਂਗੇ ਤਾਂ ਜਿਸ ਤਰ੍ਹਾਂ ਪ੍ਰਭੂ ਨੇ ਆਪਣੇ ਲੋਕਾਂ ਨੂੰ ਵਾਅਦੇ ਦੀ ਧਰਤੀ ਤੇ ਜਾਣ ਤੋਂ ਪਹਿਲਾਂ ਉਹਨਾਂ ਸਾਰੀਆਂ ਚੀਜ਼ਾਂ ਦੇ ਬਾਰੇ ਦੱਸਿਆ, ਇਸੇ ਤਰ੍ਹਾਂ ਜਿਸ ਲਈ ਅਸੀਂ ਵੀ ਵਾਅਦੇ ਦੀ ਧਰਤੀ ਤੇ ਜਾ ਰਹੇ ਔਰ ਪ੍ਰਭੂ ਨੇ ਸਾਨੂੰ ਵੀ ਉਹਨਾਂ ਚੀਜ਼ਾਂ ਦੇ ਲਈ, ਪ੍ਰਭੂ ਯਿਸੂ ਮਸੀਹ ਨੇ ਸਾਨੂੰ ਵੀ ਵਾਰਨਿੰਗ ਦਿੱਤੀ ਕਿ ਬਚ ਜਾਓ। Let us pray. ਪਿਆਰੇ ਪ੍ਰਭੂ, ਤੇਰਾ ਸ਼ੁਕਰ ਕਰਦੇ ਹਾਂ, ਤੇਰੀ ਦਇਆ, ਤੇਰੇ ਰਹਿਮ, ਤੇਰੇ ਪਿਆਰ ਦੇ ਲਈ। ਤੂੰ ਸਾਡਾ ਮਹਾਨ ਪਰਮੇਸ਼ਵਰ ਆ, ਤੂੰ ਦਿਆਲੂ ਆ, ਕਿਰਪਾਲੂ ਆ, ਤੂੰ ਗੁੱਸਾ ਕਰਨ ਦੇ ਵਿੱਚ ਮੱਠਾ ਹੈ। ਪਿਆਰੇ ਪ੍ਰਭੂ, ਤੇਰੀ ਕਿਰਪਾ ਔਰ ਤੇਰੀ ਦਇਆ ਹੀ ਇੱਕ ਐਸੀ ਹੈ ਜੋ ਸਾਨੂੰ ਪ੍ਰਭੂ ਜੀ ਬਚਾ ਕੇ ਰੱਖਦੀ ਹੈ, ਸਾਨੂੰ ਬੁਰਾਈ ਤੋਂ ਬਚਾ ਕੇ ਰੱਖਦੀ ਹੈ, ਸਾਨੂੰ ਤੇਰੀ ਹਜ਼ੂਰੀ ਦੇ ਵਿੱਚ ਬਣਾ ਕੇ ਰੱਖਦੀ ਹੈ। ਸਾਨੂੰ ਪ੍ਰਭੂ ਜੀ ਇਹ ਤੇਰੇ ਪਿੱਛੇ ਚਲਾਉਂਦਾ ਹੈ, ਤੇਰਾ ਪਿਆਰ ਜਿਹੜਾ ਪ੍ਰਭੂ ਜੀ ਸਾਨੂੰ ਤੇਰੇ ਪਿੱਛੇ ਖਿੱਚ ਕੇ ਲੈ ਕੇ ਆਉਂਦਾ। ਇਸ ਤੋਂ ਵੱਡੀ ਹੋਰ ਕੋਈ ਚੀਜ਼ ਨਹੀਂ। ਖੁਦਾਵੰਦ ਤੇਰਾ ਅਸੀਂ ਸ਼ੁਕਰ ਕਰਦੇ ਹਾਂ, ਸਾਡੇ ਤੇ ਹੜ੍ਹ ਆਉਂਦੇ ਆ, ਨੇਰੀਆਂ ਆਉਂਦੀਆਂ, ਧਰਤੀਆਂ ਹਿੱਲਦੀਆਂ ਸਾਡੀ ਜ਼ਿੰਦਗੀ ਦੇ ਵਿੱਚ, ਪਰ ਅਸੀਂ ਤੇਰਾ ਸ਼ੁਕਰ ਕਰਦੇ ਕਿ ਤੂੰ ਸਾਡੇ ਨਾਲ, ਤੂੰ ਉਹਨਾਂ ਨੂੰ ਸ਼ਾਂਤ ਕਰਦਾ ਔਰ ਸਾਡੀ ਸ਼ਾਂਤੀ ਤੇਰੇ ਕੋਲ, ਸਾਡਾ ਰਹਿਮ ਤੇਰੇ ਕੋਲ। ਤੂੰ ਸਾਡੇ ਲਈ ਆਪਣੀ ਜਾਨ ਦਿੱਤੀ ਆ, ਤੂੰ ਸਾਡੇ ਲਈ ਆਪਣਾ ਖੂਨ ਬਹਾਇਆ ਔਰ ਪ੍ਰਭੂ ਜੀ ਅਸੀਂ ਸ਼ੁਕਰ ਕਰਦੇ ਕਿ ਤੂੰ ਸਾਡੇ ਲਈ ਤੀਸਰੇ ਦਿਨ ਮੁਰਦਿਆਂ ਦੇ ਵਿੱਚੋਂ ਜੀ ਉੱਠੇ। ਸ਼ੁਕਰ ਕਰਦੇ ਕਿ ਤੂੰ ਵਾਪਸ ਸਾਡੇ ਲਈ ਆ ਰਿਹਾ। ਪਿਆਰੇ ਪ੍ਰਭੂ ਯਿਸੂ ਸਾਡੇ ਸਭ ਦੇ ਨਾਲ ਬਣਿਆ ਰਹੇ ਜਦ ਤੱਕ ਅਸੀਂ ਦੁਆਰਾ ਮਿਲੀਏ। ਸਾਨੂੰ ਬੁਰੇ ਔਰ ਬੁਰਾਈ ਤੋਂ ਬਚਾ ਕੇ ਰੱਖੇ ਔਰ ਆਪਣੇ ਕਰਮਾਂ ਦੇ ਵਿੱਚ ਲਾ ਕੇ ਰੱਖੇ। ਪ੍ਰਭੂ ਜੀ, ਮੈਂ ਆਪਣੀ ਭੈਣ ਸੁਖਦੇਵ ਨੂੰ ਇੱਕ ਵਾਰ ਫਿਰ ਯਾਦ ਕਰਦਾ, ਖੁਦਾਵੰਦ ਤੂੰ ਆਪਣੀ ਬੰਦੀ ਦੇ ਉੱਤੇ ਆਪਣੀ ਕਿਰਪਾ ਕਰੇ। ਮਸੀਹ ਯਿਸੂ ਦੇ ਮਿੱਠੇ ਔਰ ਪਿਆਰੇ ਨਾਮ 'ਚ ਸਭ ਕੁਝ ਸਾਡੀ ਦੁਆ ਨੂੰ ਸੁਣ ਤੇ ਕਬੂਲ ਕਰ। ਬਲੈਸ ਯੂ। ਮੰਗਲਵਾਰ ਨੂੰ ਹੁਣ ਆਪਾਂ ਮਿਲਾਂਗੇ ਔਰ ਉਸ ਦਿਨ ਆਪਾਂ 14ਵੇਂ ਚੈਪਟਰ ਦੇ ਵਿੱਚ ਜਾਵਾਂਗੇ। ਪ੍ਰਭੂ ਤੁਹਾਨੂੰ ਬਰਕਤ